ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਚੌਪਈ। ਅਬਗਤ ਲੀਲਾ ਸਤਿਗੁਰ ਕੇਰੀ, ਬਰਨੋ ਸਕਲ ਸ਼ਕਤ ਕਿਆ ਮੇਰੀ। ਜਿਤਕ ਬੁਝਾਵੈ ਸਤਿਗੁਰ ਆਪ, ਬਰਨਨ ਕਰਵ ਤਿਤਕ ਪਰਤਾਪ। ਅਬਗਤ ਲੀਲਾ ਸਤਿਗੁਰ ਕੇਰੀ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਹੀ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਮੁੱਖ ਵਾਕ ਪਾਠ ਆਪ ਜੀ ਸਰਵਣ ਕਰ ਰਹੇ ਸੀਗੇ। ਸਾਡੇ ਵੱਡੇ ਭਾਗ ਹਨ ਜੋ ਮਹਾਰਾਜ ਨੇ ਸਾਨੂੰ ਆਪਣੀ ਹਜ਼ੂਰੀ ਵਿੱਚ ਬੈਠਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਾਡੇ 'ਤੇ ਕਿਰਪਾ ਕੀਤੀ, ਦਇਆ ਕੀਤੀ, ਤਰਸ ਕੀਤਾ ਗੁਰੂ ਜੀ ਨੇ।
ਬੜੇ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦੀ ਸਿੱਖ ਸੰਗਤਾਂ, ਸਤਿਗੁਰੂ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਰਸਨਾ ਨੂੰ ਪਵਿੱਤਰ ਕਰੋ। ਕਹੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਖੁਦਵਾਈ ਕਰਾ ਰਹੇ ਸਨ। ਲਾਹੌਰ ਤੋਂ ਸੰਗਤ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਲਾਹੌਰ ਲੈ ਗਈ ਜੀ। ਲਾਹੌਰ ਦੇ ਵਿੱਚ ਗੁਰੂ ਜੀ ਨੇ ਸਿੱਖੀ ਦੀ ਦਾਤ ਬੇਅੰਤ ਪ੍ਰੇਮੀਆਂ ਨੂੰ ਬਖਸ਼ਿਸ਼ ਕੀਤੀ। ਜਿੱਥੇ ਗੁਰੂ ਜੀ ਦਾ ਘਰ ਹੈ ਉੱਥੇ ਮਹਾਰਾਜ ਨੇ ਧਰਮਸ਼ਾਲਾ ਬਣਾ ਦਿੱਤੀ ਜੀ। ਇਹ ਸਾਖੀ ਕਥਾ ਪ੍ਰਸੰਗ ਤੁਸੀਂ ਕੱਲ ਸਰਵਣ ਕੀਤਾ। ਉੱਥੋਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਗੋਇੰਦਵਾਲ ਸਾਹਿਬ ਗਏ ਜੀ। ਲਾਹੌਰ ਤੋਂ ਪਰਿਵਾਰ ਨੂੰ ਮਿਲੇ। ਗੋਇੰਦਵਾਲ ਸਾਹਿਬ ਪਹੁੰਚ ਕੇ ਬੜਾ ਖੁਸ਼ੀਆਂ ਵਾਲਾ ਸਮਾਂ ਬਣਿਆ। ਕੁਝ ਦਿਨ ਗੁਰੂ ਰਾਮਦਾਸ ਜੀ ਫਿਰ ਗੋਇੰਦਵਾਲ ਸਾਹਿਬ ਵਿੱਚ ਰਹੇ ਜੀ। ਗੁਰੂ ਸਾਹਿਬ ਜੀ ਦੀ ਡੇਲੀ ਦੀ ਜਿਹੜੀ ਰੂਟੀਨ ਹੈ ਉਹ ਕੱਲ ਆਪ ਜੀ ਨੇ ਸਰਵਣ ਕੀਤੀ। ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜਾਗਦੇ ਆ, ਨੇਤਰ ਬੰਦ ਕਰਕੇ ਪਰਮੇਸ਼ਰ ਦੇ ਵਿੱਚ ਧਿਆਨ ਲਾ ਲੈਂਦੇ ਆ ਜੀ। ਪਰਮੇਸ਼ਰ ਵਿੱਚ ਧਿਆਨ ਲਾਉਂਦੇ ਆ। ਸੂਰਜ ਚੜ੍ਹੇ ਮਹਾਰਾਜ ਨੇਤਰ ਖੋਲ੍ਹਦੇ ਆ, ਫਿਰ ਦੀਵਾਨ ਵਿੱਚ ਜਾਂਦੇ ਆ। ਸਿੱਖ ਸੰਗਤਾਂ ਨੂੰ ਮਹਾਰਾਜ ਦਰਸ਼ਨ ਦਿੰਦੇ ਆ। ਸੰਗਤ ਨੂੰ ਦਰਸ਼ਨ ਦੇਣ ਤੋਂ ਬਾਅਦ ਕਥਾ ਵੀ ਮਹਾਰਾਜ ਕਰਦੇ ਆ। ਉਹਦੇ ਤੋਂ ਬਾਅਦ ਲੰਗਰ ਮਹਾਰਾਜ ਸੰਗਤ ਦੇ ਵਿੱਚ ਬੈਠ ਕੇ ਛਕਦੇ ਆ। ਫਿਰ ਕੁਝ ਸਮਾਂ ਆਰਾਮ ਹੁੰਦਾ ਹੈ। ਦੁਪਹਿਰ ਨੂੰ ਕਥਾ ਹੁੰਦੀ ਹੈ। ਮਹਾਰਾਜ ਕਥਾ ਵਿੱਚ ਹਾਜ਼ਰੀ ਭਰਦੇ, ਆਪ ਕਥਾ ਸੁਣਦੇ ਆ। ਕਥਾ ਕਰਦੇ ਵੀ ਆ ਤੇ ਸੁਣਦੇ ਵੀ ਆ। ਗੁਰੂ ਜੀ ਦੀ ਹਜ਼ੂਰੀ 'ਚ ਕਥਾ ਕਿਹੜੀ ਹੁੰਦੀ ਹੈ? ਜਿਸ ਕਥਾ ਵਿੱਚ ਬੈਰਾਗ ਹੈ, ਭਗਤੀ ਹੈ, ਗਿਆਨ ਹੈ, ਐਸੀ ਕਥਾ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹੁੰਦੀ ਹੈ ਜੀ। ਪ੍ਰੇਮੀ ਸਿੱਖ ਆਉਂਦੇ ਹਨ, ਕਥਾ ਸੁਣਦੇ ਹਨ। ਫਿਰ ਕੀਰਤਨ ਹੁੰਦਾ ਹੈ। ਫਿਰ ਸਾਧ ਸੰਗਤ ਜੀ ਸ਼ਾਮ ਤੱਕ ਕੀਰਤਨ ਹੁੰਦਾ ਹੈ। ਸ਼ਾਮਾਂ ਦਾ ਪ੍ਰਸ਼ਾਦਾ ਵਰਤਦਾ ਹੈ। ਮਹਾਰਾਜ ਸੰਗਤਾਂ ਨਾਲ ਬਚਨ ਕਰਦੇ ਆ, ਮੁੜ ਆਰਾਮ ਕਰਨ ਲੱਗ ਪੈਂਦੇ ਆ। ਅੰਮ੍ਰਿਤ ਵੇਲੇ ਫਿਰ ਮਹਾਰਾਜ ਜਾਗਦੇ ਆ। ਇਹ ਮਹਾਰਾਜ ਦੀ ਰੂਟੀਨ ਕੱਲ ਤੁਸੀਂ ਸਰਵਣ ਕੀਤੀ। ਅਸੀਂ ਲੋਕ ਇਸੇ ਕਰਕੇ ਢਿੱਲੇ ਰਹਿ ਜਾਂਦੇ ਆ। ਸਾਡੀ ਕੋਈ ਰੂਟੀਨ ਨਹੀਂ ਹੁੰਦੀ ਜੀ। ਮੈਂ ਬਿਲਕੁਲ ਸੱਚ ਦੱਸ ਰਿਹਾ। ਨਾ ਉੱਠਣ ਦਾ ਹੀ ਕੋਈ ਸਮਾਂ ਹੈਗਾ ਤੇ ਨਾ ਸੌਣ ਦਾ ਹੀ ਕੋਈ ਸਮਾਂ ਹੈਗਾ ਜੀ। ਹਾਂਜੀ, ਇੰਨੇ ਵਜੇ ਉੱਠਣਾ ਇਹ ਵੀ ਕੋਈ ਸਮਾਂ ਨਹੀਂ ਹੈਗਾ ਜੀ। ਇੰਨੇ ਵਜੇ ਸੌਣਾ ਇਹ ਵੀ ਕੋਈ ਸਮਾਂ ਨਹੀਂ ਹੈਗਾ ਜੀ। ਨਾ ਉੱਠਣ ਦਾ ਸਮਾਂ, ਨਾ ਸੌਣ ਦਾ ਸਮਾਂ, ਨਾ ਛਕਣ ਦਾ ਹੀ ਸਮਾਂ ਹੈਗਾ। ਤੇ ਮਾਫ ਕਰਿਓ, ਜਿਸ ਬੰਦੇ ਦੇ ਉੱਠਣ ਦਾ ਸਮਾਂ ਇੱਕ ਨਹੀਂ ਹੈਗਾ ਜੀ, ਜਿਸ ਬੰਦੇ ਦੇ ਸੌਣ ਦਾ ਸਮਾਂ ਇੱਕ ਨਹੀਂ ਹੈਗਾ, ਜਿਸ ਪੁਰਸ਼ ਦੇ ਛਕਣ ਛਕਾਉਣ ਦਾ ਸਮਾਂ ਇੱਕ ਨਹੀਂ ਹੈਗਾ, ਉਹ ਬੰਦਾ ਧਾਰਮਿਕ ਦੁਨੀਆ 'ਚ ਤਰੱਕੀ ਨਹੀਂ ਕਰ ਸਕਦਾ ਜੀ। ਠੀਕ ਹੈ, ਅੱਠੇ ਪਹਿਰ ਪਰਮੇਸ਼ਰ ਦੇ ਨਾਮ ਦਾ ਰੰਗ ਲੱਗਦਾ, ਪਰ ਪਹਿਲਾਂ ਬੰਦੇ ਨੂੰ ਨਿਯਮ ਵਿੱਚ ਆਉਣਾ ਪੈਂਦਾ ਜੀ। ਹਾਂਜੀ, ਬੱਚਾ ਪੜ੍ਹਾਈ ਕਰਦਾ, 12ਵੀਂ ਤੱਕ ਤੇ ਸਕੂਲ ਦੀ ਪੜ੍ਹਾਈ ਹੁੰਦੀ ਹੈ ਜੀ। ਉਹਦੇ ਤੋਂ ਬਾਅਦ BA ਕਾਲਜ ਵਿੱਚ ਹੁੰਦੀ ਹੈ, ਫਿਰ ਯੂਨੀਵਰਸਿਟੀ ਵਿੱਚ ਜਾਂਦਾ ਹੈ। ਇੱਕ ਸਮਾਂ ਹੈਗਾ ਜੀ ਪੜ੍ਹਾਈ ਦਾ ਜੀ। ਇੰਨੇ ਵਜੇ ਸਕੂਲ ਪਹੁੰਚਣਾ, ਇੰਨੇ ਵਜੇ ਇਹ ਵਿਸ਼ਾ ਪੜ੍ਹਾਇਆ ਜਾਏਗਾ, ਇੰਨੇ ਵਜੇ ਇਹ ਵਿਸ਼ਾ ਪੜ੍ਹਾਇਆ ਜਾਏਗਾ, ਇੰਨੇ ਵਜੇ ਇਹ ਵਿਸ਼ਾ ਪੜ੍ਹਾਇਆ ਜਾਏਗਾ। ਇੱਕ ਸਮਾਂ ਹੈਗਾ ਜੀ। ਔਰ ਤੁਸੀਂ ਵੇਖ ਲਓ, ਸਕੂਲ ਵਿੱਚ ਪੜ੍ਹਦੇ ਜਿਹੜੇ ਬੱਚੇ ਆ, ਉਹਨਾਂ ਦੀ ਰੋਟੀ ਦਾ ਵੀ ਸਮਾਂ ਰੱਖਿਆ ਜੀ, ਉਹਨਾਂ ਪ੍ਰਸ਼ਾਦੇ ਦਾ ਵੀ ਸਮਾਂ ਰੱਖਿਆ ਜੀ। ਛਕਣ ਦਾ ਇੱਕ ਸਮਾਂ ਹੈਗਾ ਜੀ। ਹਾਂਜੀ, ਫਿਰ ਫ੍ਰੀ ਪੀਰੀਅਡ ਵੀ ਦਿੰਦੇ ਆਰਾਮ ਵਾਸਤੇ ਜੀ। ਮਤਲਬ ਉਹ ਬੱਚਾ ਇੰਨਾ ਮਿਹਨਤੀ ਬਣ ਜਾਂਦਾ ਜੀ, ਪੜ੍ਹ ਲਿਖ ਕੇ ਅਫਸਰ ਬਣਦਾ। ਪਰ ਜੇ ਉਹ ਸਕੂਲ ਦਾ ਟਾਈਮ ਟੇਬਲ ਨਾ ਮੰਨੇ ਤੇ ਸੰਗਤ ਦੀ ਉਹਦੀ ਪ੍ਰਾਪਤੀ ਕੋਈ ਨਹੀਂ ਹੋ ਸਕਦੀ ਉਹਨੂੰ। ਕਦੀ ਵੇਖਿਆ ਜੀ, ਜਦੋਂ ਮੂੰਹ ਚੁੱਕ ਕੇ ਬੰਦਾ ਸਕੂਲੇ ਚਲੇ ਜੇ, ਇੰਜ ਨਹੀਂ ਹੁੰਦਾ ਜੀ। ਉਹਨੂੰ ਇੱਕ ਸਮੇਂ ਨਾਲ ਜਾਣਾ ਪੈਂਦਾ। ਜੇ ਲੇਟ ਜਾਵੇ ਤੇ ਤਾੜਨਾ ਹੁੰਦੀ ਹੈ ਜੀ। ਬਸ ਇਸੇ ਤਰ੍ਹਾਂ ਬੰਦੇ ਦੇ ਭਗਤੀ ਦਾ ਵੀ ਇੱਕ ਸਮਾਂ ਹੋਣਾ ਚਾਹੀਦਾ। ਅਰਦਾਸ ਕਰੋ, ਮਹਾਰਾਜ ਸੱਚੇ ਪਾਤਸ਼ਾਹ ਸਾਡੀ ਭਗਤੀ ਦਾ ਸਮਾਂ ਬੰਨੋ। ਹਾਂਜੀ, ਪਹਿਲਾਂ ਬੰਦਾ 2-4 ਘੰਟੇ ਲਾਏ, ਫਿਰ ਹੌਲੀ ਹੌਲੀ ਅੱਠੇ ਪਹਿਰ ਲੱਗਦਾ ਜੀ।
ਇੱਕ ਗੁਰਮੁਖ ਪਿਆਰੇ ਕਹਿਣ ਲੱਗੇ, ਜਦੋਂ ਮਰਜ਼ੀ ਨਿਤਨੇਮ ਕਰਨ ਲੱਗ ਪੈਣਾ, ਇਹ ਰੱਬ ਨੂੰ ਟੀਚਰਾਂ ਕਰਨ ਦੇ ਬਰਾਬਰ ਹੈਗਾ ਜੀ। ਹਾਂਜੀ, ਕਿਸੇ ਟੀਚਰ ਕੋਲ ਅਸੀਂ ਪੜ੍ਹਨ ਜਾਈਏ, ਕਦੀ ਚਲੇ ਗਏ ਦੁਪਹਿਰ ਦੇ 12 ਵਜੇ ਤੇ ਕਦੀ ਸ਼ਾਮ ਨੂੰ 6 ਵਜੇ ਚਲੇ ਗਏ ਉਹਦੇ ਘਰ, ਉਹ ਕਹਿੰਦਾ ਨਾ ਵੀਰਾ ਇੰਜ ਨਹੀਂ ਆਉਣਾ, ਇੱਕ ਸਮੇਂ ਆ। ਇਸੇ ਤਰ੍ਹਾਂ ਸਮੇਂ ਦੇ ਨਾਲ, ਸਮੇਂ ਦੀ ਬੰਦਸ਼ ਵਿੱਚ ਰਹਿ ਕੇ ਜਿਹੜੇ ਬੰਦੇ ਭਗਤੀ ਕਰਦੇ ਆ ਸੰਗਤ ਜੀ, ਉਹ ਬੜੀ ਤਰੱਕੀ ਕਰ ਜਾਂਦੇ ਆ। ਗੱਜ ਕੇ ਆਖੋ ਵਾਹਿਗੁਰੂ। ਸ੍ਰੀ ਗੁਰੂ ਰਾਮਦਾਸ ਜੀ ਦਾ ਇੱਕ ਸਮਾਂ ਹੈ ਜੀ, ਮਹਾਰਾਜ ਉਸ ਸਮੇਂ ਦੇ ਵਿੱਚ ਰਹਿ ਕੇ ਭਗਤੀ ਕਰਦੇ ਆ, ਪਰਮੇਸ਼ਰ ਦੀ ਆਰਾਧਨਾ ਕਰਦੇ ਆ, ਸੰਗਤ ਨੂੰ ਵੀ ਮਿਲਦੇ ਆ ਤੇ ਮਹਾਰਾਜ ਸਾਰੇ ਕਾਰਜ ਕਰਦੇ ਆ। ਸੋ ਸਾਨੂੰ ਸਿੱਖਿਆ ਮਿਲਦੀ ਹੈ, ਜ਼ਰੂਰ ਆਪਾਂ ਸਾਰੇ ਯਤਨ ਕਰੀਏ ਆਪਣੀ ਜ਼ਿੰਦਗੀ ਵਿੱਚ ਟਾਈਮ ਟੇਬਲ ਬਣਾਇਆ ਜਾਵੇ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਮਹਾਰਾਜ ਜੀ ਦੀ ਕਥਾ ਸਾਰੀਆਂ ਸੰਗਤਾਂ ਨੇ ਸਰਵਣ ਕਰਨੀ ਹੈ। ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਕਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। 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 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਅਬਗਤ ਲੀਲਾ ਸਤਿਗੁਰ ਕੇਰੀ, ਬਰਨੋ ਸਕਲ ਸ਼ਕਤ ਕਿਆ ਮੇਰੀ। ਕਵੀ ਸੰਤੋਖ ਸਿੰਘ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਕਥਾ ਲਿਖ ਰਹੇ ਆ। ਕਹਿੰਦੇ ਆ, ਪ੍ਰੇਮੀਓ, ਤੁਸੀਂ ਮਹਾਰਾਜ ਜੀ ਦੀ ਕਥਾ ਸੁਣਨ ਵਾਸਤੇ ਬੈਠੇ ਹੋ, ਪਰ ਗੁਰੂ ਜੀ ਦੇ ਜਿਹੜੇ ਕੌਤਕ ਹੈ ਨਾ, ਉਹ ਅਭਿਗਤ ਹਨ, ਭਾਵ ਅਸਚਰਜ ਹਨ, ਹੈਰਾਨੀ ਤੋਂ ਵੀ ਉੱਚੀ ਅਵਸਥਾ ਦੇ ਵਿੱਚ ਹਨ ਜੀ। ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਹੈਗੀ ਮੈਂ ਗੁਰੂ ਰਾਮਦਾਸ ਜੀ ਦੀ ਸਾਰੀ ਕਥਾ ਲਿਖ ਸਕਾਂ। ਕਹਿਣ ਲੱਗੇ, ਗੁਰੂ ਜੀ ਦੀ ਕਥਾ ਅਸਚਰਜ ਹੈ, ਉਸ ਨੂੰ ਵਰਣਨ ਕਰਨ ਦੀ ਕਹਿੰਦੇ ਮੇਰੇ ਵਿੱਚ ਸ਼ਕਤੀ ਨਹੀਂ ਹੈਗੀ ਜੀ। ਜਿਤਕ ਬੁਝਾਵੇਂ ਸਤਿਗੁਰ ਆਪ। ਜਿੰਨੀ ਕੁ ਗੁਰੂ ਰਾਮਦਾਸ ਸਾਹਿਬ ਆਪ ਮੈਨੂੰ ਦੱਸਦੇ ਆ, ਆਪ ਮੇਰੇ ਤੇ ਕਿਰਪਾ ਕਰਦੇ ਆ। ਵਰਣਨ ਕਰਵ ਤਿਤਕ ਪ੍ਰਤਾਪ। ਉਹਨਾਂ ਦੇ ਪ੍ਰਤਾਪ ਨਾਲ ਓਨੀ ਕੁ ਕਥਾ ਮੈਂ ਲਿਖ ਦੇਣਾ। ਕਹਿਣ ਲੱਗੇ, ਹੁਣ ਇੱਥੋਂ ਗੱਲ ਸੁਣਿਓ ਸੰਗਤ ਜੀ, ਆਪ ਜੀ ਕਵੀ ਸੰਤੋਖ ਸਿੰਘ ਜੀ ਦੁਆਰਾ ਲਿਖੀ ਕਵਿਤਾ ਕਥਾ ਸਰਵਣ ਕਰਦੇ ਹੋ। ਕਵੀ ਸੰਤੋਖ ਸਿੰਘ ਆਪ ਕਹਿੰਦੇ ਆ, ਕਹਿੰਦੇ ਮੈਂ ਨਹੀਂ ਲਿਖ ਰਿਹਾ, ਜੋ ਪਿੱਛੋਂ ਲਿਖਾਉਂਦੇ ਮੈਂ ਲਿਖ ਦੇਣਾ। ਕਹਿਣ ਲੱਗੇ, ਮਹਾਰਾਜ ਆਪ ਲਿਖਾਉਂਦੇ ਸੱਚੇ ਪਾਤਸ਼ਾਹ। ਹਾਂਜੀ। ਏਕ ਸਿੱਖ ਜਿਸ ਨਾਮ ਹਿੰਦਾਲ। ਹਜੂਰ ਮਹਾਰਾਜ ਗਰੀਬ ਨਵਾਜ ਜੀ ਦੀ ਹਜੂਰੀ ਵਿੱਚ, ਗੋਇੰਦਵਾਲ ਸਾਹਿਬ ਵਿੱਚ ਇੱਕ ਸਿੱਖ ਰਹਿੰਦਾ ਹੈ, ਜਿਸ ਸਿੱਖ ਦਾ ਨਾਮ ਭਾਈ ਹਿੰਦਾਲ ਹੈ। ਕੀ ਨਾਮ ਹੈ? ਭਾਈ ਹਿੰਦਾਲ ਜੀ। ਹਾਂਜੀ। ਸਤਿਗੁਰ ਸੇਵਾ ਕਰਤ ਵਿਸਾਲ। ਉਹ ਸਿੱਖ ਮਹਾਰਾਜ ਦੀ ਸੇਵਾ ਬੜੀ ਕਰਦਾ ਜੀ। ਭਾਈ ਹਿੰਦਾਲ ਜੀ ਬੜੀ ਸੇਵਾ ਕਰਦੇ ਗੁਰੂ ਘਰ ਦੀ ਜੀ। ਕਈ ਬੰਦਿਆਂ ਨੂੰ ਕਹਿ ਕੇ ਸੇਵਾ ਕਰਾਉਣੀ ਪੈਂਦੀ ਹੈ, ਭਾਈ ਆਹ ਕੰਮ ਕਰੋ, ਆਹ ਕੰਮ ਕਰੋ, ਪਰ ਜਿਨ੍ਹਾਂ ਦੇ ਵਿੱਚ ਚਾਹ ਹੁੰਦਾ ਹੈ ਨਾ, ਉਹਨਾਂ ਨੂੰ ਕਹਿਣਾ ਨਹੀਂ ਪੈਂਦਾ, ਉਹ ਆਪੇ ਹੀ ਕਰੀ ਜਾਂਦੇ ਜੀ, ਆਪੇ ਹੀ ਕਰੀ ਜਾਂਦੇ ਜੀ। ਭਾਈ ਹਿੰਦਾਲ ਜੀ ਬੜੇ ਪਿਆਰ ਨਾਲ ਮਹਾਰਾਜ ਜੀ ਦੀ ਕਥਾ ਕਰਦੇ ਆ, ਵਾਹਿਗੁਰੂ ਸੇਵਾ ਕਰਦੇ ਆ। ਹਾਂਜੀ। ਸਤਨਾਮ ਕਰਤਾਰ ਅਪਾਰਾ, ਆਠੋਂ ਜਾਮ ਜਾਪ ਨਿਜ ਧਾਰਾ। ਫਿਰ ਭਾਈ ਹਿੰਦਾਲ ਜੀ ਦਾ ਇੱਕ ਹੋਰ ਬੜਾ ਵੱਡਾ ਗੁਣ ਹੈ, ਗੱਜ ਕੇ ਆਖੋ ਵਾਹਿਗੁਰੂ। ਉਹ ਕੀ ਗੁਣ ਹੈ? ਭਾਈ ਹਿੰਦਾਲ ਜੀ ਅੱਠੇ ਪਹਿਰ ਹੀ ਰੱਬ ਦਾ ਨਾਮ ਜਪੀ ਜਾਂਦੇ ਜੀ। ਹਾਂਜੀ, ਉਹ ਕਿੰਨਾ ਵਧੀਆ ਜੀਵਨ ਹੋਏਗਾ ਜੀ ਭਾਈ ਹਿੰਦਾਲ ਜੀ ਦਾ। ਨਾਲ ਨਾਲ ਕਰਨੀ ਸੇਵਾ, ਤੇ ਸੇਵਾ ਕਰਦਿਆਂ ਨਾਲ ਨਾਲ ਜਪਣਾ ਵਾਹਿਗੁਰੂ ਜੀ ਦਾ ਨਾਮ ਜੀ, ਅੱਠੇ ਪਹਿਰ ਹੀ ਜੀ। ਫਿਰ ਜੀ ਮਿਲ ਹੈ ਨਾ ਕਿਸੋਂ ਰਾਗ ਨਾ ਦਵੈਸ਼। ਕਿਸੇ ਨੂੰ ਉਹ ਮਿਲਦੇ ਨਹੀਂ ਸੀਗੇ। ਮੈਂ ਅੱਗੇ ਬੜੀ ਬੜੀ ਬੇਨਤੀ ਕੀਤੀ ਹੈ,
ਬਹੁਤਾ ਲੋੜ ਤੋਂ ਵੱਧ ਜਦੋਂ ਮੇਲ ਜੋਲ ਆਪਣਾ ਬੰਦਾ ਵਧਾ ਲੈਂਦਾ ਨਾ ਜੀ, ਦੁੱਖ ਦਾ ਕਾਰਨ ਬਣਦਾ ਜੀ। ਹਾਂਜੀ, ਕਈ ਗੁਰੂ ਘਰ ਆ ਕੇ ਸਾਧ ਸੰਗਤ ਜੀ ਐਸਾ ਮੇਲ ਜੋਲ ਬਣਾਉਂਦੇ ਆ, ਉਹ ਗੁਰੂ ਸਾਹਿਬ ਦਾ ਚੇਤਾ ਭੁੱਲ ਜਾਂਦਾ ਤੇ ਬੰਦਿਆਂ ਦਾ ਹੀ ਚੇਤਾ ਰਹਿ ਜਾਂਦਾ ਜੀ। ਮੇਲ ਜੋਲ ਨਹੀਂ ਕਿਸੇ ਨਾਲ ਰੱਖਿਆ ਜੀ, ਤੇ ਕਿਸੇ ਦੇ ਨਾਲ ਈਰਖਾ ਵੀ ਨਹੀਂ ਕਰਦੇ ਜੀ ਉਹ ਜੀ। ਹਾਂਜੀ, ਬੋਲਹਿ ਸੁਨਹਿ ਨਾ ਸ਼ਾਂਤ ਹਮੈਸ਼। ਨਾ ਕਿਸੇ ਨਾਲ ਬੋਲਦੇ ਆ ਤੇ ਨਾ ਕਿਸੇ ਦੀ ਗੱਲ ਸੁਣਦੇ ਆ। ਤੇ ਮੈਂ ਸੱਚ ਦੱਸਣ ਲੱਗਾ, ਸਾਧ ਸੰਗਤ ਜੀ, ਇਹੋ ਜਿਹਾ ਬੰਦਾ ਬੜਾ ਸੁਖੀ ਰਹਿੰਦਾ ਜੇ। ਨਾ ਕਿਸੇ ਨਾਲ ਬੋਲੇ, ਨਾ ਕਿਸੇ ਨਾਲ ਸੁਣੇ, ਆਵੇ ਕਥਾ ਸੁਣੇ, ਕੀਰਤਨ ਸੁਣੇ, ਸੇਵਾ ਕਰੇ ਤੇ ਆਪਣੇ ਅਸਥਾਨ ਤੇ ਚਲੇ ਜੇ ਵਾਪਸ ਜੀ। ਨਾ ਕਿਸੇ ਨਾਲ ਬੋਲਦੇ, ਨਾ ਕਿਸੇ ਦੀ ਗੱਲ ਸੁਣਦੇ। ਕਿਉਂ? ਜਦੋਂ ਬੋਲਣਾ ਜਾਣ ਪਛਾਣ ਵਧਣੀ ਹੈ, ਜਦੋਂ ਸੁਣਨਾ ਤਾਂ ਫਿਰ ਨਿੰਦਿਆ ਵੀ ਸੁਣਨੀ ਪੈਣੀ ਹੈ। ਦੇਗ ਬਿਖੈ ਸਭ ਚੁਨ ਸੋ ਛੰਨ ਹੈ। ਤੇ ਸੇਵਾ ਕੀ ਮਿਲੀ ਜੀ ਉਹਨਾਂ ਨੂੰ? ਗੋਇੰਦਵਾਲ ਸਾਹਿਬ ਹਜ਼ਾਰਾਂ ਸੰਗਤਾਂ ਲੰਗਰ ਛਕਦੀਆਂ ਤੇ ਲੰਗਰ ਦੇ ਵਿੱਚ ਆਟਾ ਛਾਣਦੇ ਆ ਜੀ ਉਹ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਜਿਸ ਸਮੇਂ ਦੀ ਤੁਸੀਂ ਕਥਾ ਸੁਣ ਰਹੇ ਹੋ ਨਾ, ਉਸ ਸਮੇਂ ਆਟਾ ਐਵੇਂ ਨਹੀਂ ਸੀ ਬਣਦਾ ਜੀ। ਹੁਣ ਤੇ ਚੱਕੀਆਂ ਚੋਂ ਜਿੰਨਾ ਮਰਜ਼ੀ ਲਈ ਆਓ ਜੀ। ਹਾਂਜੀ, ਆਪ ਚੱਕੀਆਂ ਰੱਖਣੀਆਂ, ਉਹਨਾਂ ਦੇ ਨਾਲ ਪਹਿਲਾਂ ਆਟਾ ਪੀਸਣਾ, ਵਿੱਚ ਬੜਾ ਕੁਝ ਰਲ ਜਾਂਦਾ ਸੀਗਾ, ਫਿਰ ਉਹਨਾਂ ਨੂੰ ਛਾਨਣਾ ਜੀ। ਆਟਾ ਛਾਨਣ ਦੀ ਸੇਵਾ ਕਰਦੇ ਜੀ। ਸੇਵਾ ਤੇ ਕੋਈ ਮਿਲ ਜੇ ਗੁਰੂ ਘਰ, ਉਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਇੱਕ ਅੰਗੀ ਬਿਨ ਗੁਰੂ ਨਾ ਜਾਣ ਹੈ। ਤੇ ਆਟਾ ਛਾਣਦੇ ਆ, ਤੇ ਆਟਾ ਛਾਣਦਿਆਂ ਵੀ ਬਸ ਵਾਹਿਗੁਰੂ 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 ਮਤਲਬ ਨਾਮ ਜਪਦੇ ਆ। ਗੁਰੂ ਸਾਹਿਬ ਤੋਂ ਸਿਵਾ ਦੂਜੇ ਕਿਸੇ ਨੂੰ ਆਪਣਾ ਰਾਖਾ ਨਹੀਂ ਉਹ ਮੰਨਦੇ ਜੀ। ਮਗਨ ਪ੍ਰੇਮ ਕੋ ਰੰਗਿਓ ਰੰਗ। ਲਓ, ਇਸ ਤਰ੍ਹਾਂ ਕਰਦਿਆਂ ਕਰਦਿਆਂ ਥੋੜੇ ਸਾਲਾਂ ਵਿੱਚ ਹੀ ਭਾਈ ਹਿੰਦਾਲ ਜੀ ਦਾ ਮਨ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਸੇਵਾ ਦਾ ਪ੍ਰਤਾਪ ਐਸਾ ਹੈ ਜੀ। ਸੇਵਾ ਕਰਦਿਆਂ ਕਰਦਿਆਂ ਭਾਈ ਹਿੰਦਾਲ ਜੀ ਦਾ ਜਿਹੜਾ ਮਨ ਹੈ ਨਾ, ਗੁਰੂ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਗਿਆ ਜੀ। ਹਾਂਜੀ, ਅੰਤਰ ਬਿਰਤੀ ਸਦਾ ਸੁਖ ਸੰਗ। ਤੇ ਬਿਰਤੀ ਅੰਤਰਮੁਖੀ ਹੋ ਗਈ ਜੀ ਉਹਨਾਂ ਦੀ ਜੀ, ਤੇ ਸੁਖੀ ਹੋ ਗਏ ਜੀ। ਮਨ ਵਿੱਚ ਪਰਮੇਸ਼ਰ ਦਾ ਨਾਮ ਚੱਲਦੇ ਰਹਿਣਾ, ਕਿਸੇ ਨਾਲ ਗੱਲ ਨਹੀਂ ਕਰਨੀ, ਬੜੇ ਸੁਖੀ ਹੋ ਗਏ ਜੀ। ਕਾਮ ਨਾ ਕ੍ਰੋਧ ਨਾ ਲੋਭ ਹੰਕਾਰ। ਹੁਣ ਜਿਹੜਾ ਬੰਦਾ ਬੰਦਿਆਂ ਤੋਂ ਬਚ ਜੇ ਨਾ ਜੀ, ਉਹ ਇਹਨਾਂ ਚੀਜ਼ਾਂ ਤੋਂ ਵੀ ਬਚ ਜਾਂਦਾ ਜੀ। ਨਾ ਗੁੱਸਾ ਆਉਣਾ ਜੀ ਉਹਨਾਂ ਨੂੰ, ਨਾ ਹੰਕਾਰ ਆਉਣਾ, ਨਾ ਭਾਈ ਹਿੰਦਾਲ ਜੀ ਨੂੰ ਕਿਸੇ ਚੀਜ਼ ਦਾ ਲਾਲਚ, ਤੇ ਪਿਆਰਿਓ ਨਾ ਉਹਨਾਂ ਦੇ ਮਨ ਵਿੱਚ ਕਾਮ ਦਾ ਹੀ ਫੁਰਨਾ ਜੀ। ਸੱਚ ਪੁੱਛੋ ਨਾ, ਇਹ ਵੀ ਬੜੀ ਵੱਡੀ ਬਖਸ਼ਿਸ਼ ਵਾਲੀ ਗੱਲ ਹੈ। ਭਾਈ ਹਿੰਦਾਲ ਜੀ ਦੇ ਅੱਗੋਂ ਜਿਹੜੇ ਅਨੁਯਾਈ ਸਨ, ਉਹਨਾਂ ਦੇ ਪੰਥੀ, ਉਹਨਾਂ ਦੀ ਅਵਸਥਾ ਹੋਰ ਸੀ, ਪਰ ਭਾਈ ਹਿੰਦਾਲ ਜੀ ਗੁਰੂ ਦੇ ਪਿਆਰ ਵਾਲੇ ਸਿੱਖ ਸਨ ਜੀ। ਭਾਈ ਹਿੰਦਾਲ ਜੀ ਦੇ ਅੰਦਰ ਕਾਮ ਦਾ ਫੁਰਨਾ ਨਹੀਂ ਚੱਲਦਾ ਜੀ। ਸੇਵਾ ਕਰਦੇ ਹਾਂ, ਨਾ ਕ੍ਰੋਧ, ਨਾ ਲੋਭ, ਤੇ ਨਾ ਹੰਕਾਰ ਹੈਗਾ ਜੀ। ਹਾਂਜੀ, ਸਤਿਆ ਨਾਮ ਸੋ ਲਾਗੀ ਤਾਰ। ਬਸ ਇੱਕ ਵਾਹਿਗੁਰੂ ਦੇ ਨਾਮ ਨਾਲ ਤਾਰ ਲੱਗੀ ਰਹਿੰਦੀ ਜੀ ਭਾਈ ਹਿੰਦਾਲ ਜੀ ਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਸੰਗਤ ਜੀ ਦੀ ਇਹ ਲੱਗ ਗਈ, ਉਹਨੂੰ ਹੋਰ ਕਿਸੇ ਚੀਜ਼ ਦੀ ਥੋੜੀ ਜ਼ਰੂਰਤ ਹੈਗੀ ਜੀ। ਹਰਖ ਨਾ ਸ਼ੋਖ ਨਾ ਬੈਰੀ ਮੀਤ ਨਾ। ਸੇਵਾ ਤੇ ਸਿਮਰਨ ਦੇ ਪ੍ਰਤਾਪ ਨਾਲ ਭਾਈ ਹਿੰਦਾਲ ਜੀ ਦੇ ਅੰਦਰ ਨਾ ਖੁਸ਼ੀ ਹੈ, ਨਾ ਗਮੀ ਹੈ, ਨਾ ਵੈਰ ਹੈ, ਨਾ ਮਿੱਤਰਤਾ ਕਿਸੇ ਦੇ ਨਾਲ ਜੀ। ਹਾਂਜੀ, ਤਤਪਰ ਰਹਿ ਏਕ ਮਨ ਜੀਤਨ। ਹਰ ਸਮੇਂ ਸਮਦਮ ਵਿੱਚ ਤਤਪਰ ਰਹਿੰਦੇ ਜੀ। ਮਨ ਨੂੰ ਜਿੱਤਣ ਵਿੱਚ ਤਤਪਰ ਰਹਿੰਦੇ ਆ। ਮਨ ਬੜਾ ਹੀ ਬੈੜਾ ਹੈ ਸਾਧ ਸੰਗਤ ਜੀ, ਇਹ ਬੰਦੇ ਨੂੰ ਨਹੀਂ ਟਿਕਣ ਦਿੰਦਾ ਜੀ। ਮਨ ਪਤਾ ਕੀ ਕਰਦਾ? ਭਾਈ ਗੁਰਦਾਸ ਜੀ ਲਿਖਦੇ, ਮਨ ਬਿੱਲੀ ਵਰਗਾ ਹੈ ਜੀ। ਬਿੱਲੀ ਕੀ ਕਰਦੀ ਹੈ? ਕਹਿੰਦੇ ਇੱਕ ਦਿਨ ਬਿੱਲੀ ਬੈਠੀ, ਬਿੱਲੀ ਨੇ ਪ੍ਰਣ ਕਰ ਲਿਆ ਕਿ ਮੈਂ ਚੂਹਾ ਨਹੀਂ ਖਾਇਆ ਕਰਨਾ, ਮਾਸ ਨਹੀਂ ਖਾਇਆ ਕਰਨਾ, ਸ਼ਾਕਾਹਾਰੀ ਰਹਿਣਾ।
ਬਸ ਬਿੱਲੀ ਨੇ ਫੁਰਨਾ ਕਰ ਲਿਆ। ਕੁਝ ਸਮਾਂ ਬਿੱਲੀ ਕੰਟਰੋਲ ਕਰਕੇ ਬੈਠੀ ਰਹੀ ਜੀ, ਤੇ ਜਦੋਂ ਆਇਆ ਨਾ ਜੀ ਚੂਹਾ, ਤੇ ਬਿੱਲੀ ਨੂੰ ਪ੍ਰਣ ਪਰੁਣ ਸਭ ਚੇਤਾ ਭੁੱਲ ਗਿਆ, ਮਾਰੀ ਛਾਲ ਤੇ ਚੂਹਾ ਖਾ ਲਿਆ ਜੀ ਉਹਨੇ ਜੀ। ਜੈਸੇ ਤੋ ਕਹੈ ਮੰਝਾਰ, ਕਰੋ ਨਾ ਆਹਾਰ ਮਾਸ, ਮੂਸਾ ਦੇਖ ਪੀਛੇ ਦੌੜੈ, ਧੀਰ ਨਾ ਧਰਤ ਹੈ। ਬੰਦਾ ਵੀ ਬੜੀ ਬੜੀ ਸੋਚਦਾ ਵੀ ਅੱਜ ਤੋਂ ਬਾਅਦ ਕਾਮ ਨਹੀਂ, ਕ੍ਰੋਧ ਨਹੀਂ, ਲੋਭ ਨਹੀਂ ਕਰਨਾ, ਹਉਮੈ ਨਹੀਂ ਕਰਨੀ, ਤੇ ਪਰ ਸੰਗਤ ਜੀ ਜਦੋਂ ਮੌਕਾ ਬਣਦਾ ਬੰਦਾ ਸਾਰਾ ਕੁਝ ਹੀ ਕਰੀ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਭਾਈ ਹਿੰਦਾਲ ਜੀ ਮਨ ਜਿੱਤਣ ਵਿੱਚ ਤਤਪਰ ਰਹਿੰਦੇ ਆ ਜੀ। ਹਾਂਜੀ, ਨਿਸ਼ਕਾਮੀ ਨਿਤ ਸਹਿਨ ਸੁਸ਼ੀਲ, ਸੇਵਾ ਕਰਦੇ ਨਿਸ਼ਕਾਮ ਹੋ ਕੇ ਜੀ। ਧਿਆਨ ਨਾਲ ਸੁਣਿਓ, ਸੇਵਾ ਕਰਦੇ ਆ ਭਾਈ ਹਿੰਦਾਲ ਜੀ, ਪਰ ਭਾਈ ਹਿੰਦਾਲ ਜੀ ਦੀ ਕੋਈ ਮੰਗ ਨਹੀਂ ਹੈਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਨਿਤ ਸਹਿਨ ਸੁਸ਼ੀਲ, ਬੜੇ ਸਹਿਣਸ਼ੀਲ ਨੇ ਭਾਈ ਹਿੰਦਾਲ ਜੀ। ਸਦਾ ਏਕ ਰਸ ਮੈਂ ਬ੍ਰਿਤ ਮੀਲ, ਕੋਈ ਬੁਰਾ ਭਲਾ ਬਚਨ ਕਹਿ ਵੀ ਜਾਵੇ ਨਾ, ਭਾਈ ਹਿੰਦਾਲ ਜੀ ਧਿਆਨ ਹੀ ਨਹੀਂ ਦਿੰਦੇ ਜੀ। ਸੰਗਤ ਜੀ ਸੇਵਕ ਬਣਨਾ ਬੜਾ ਔਖਾ ਕੰਮ ਹੈਗਾ ਜੀ। ਸਦਾ ਇੱਕ ਰਸ ਬਿਰਤੀ ਭਾਈ ਹਿੰਦਾਲ ਜੀ ਦੀ ਗੁਰੂ ਜੀ ਦੇ ਚਰਨਾਂ 'ਚ ਸਿਮਰਨ ਵਿੱਚ ਸੇਵਾ ਵਿੱਚ ਲੱਗੀ ਰਹਿੰਦੀ ਹੈ। ਅੰਤਰਯਾਮੀ ਸਤਿਗੁਰ ਦਿਆਲ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਦਿਆਲੂ, ਘਟ ਘਟ ਦੇ ਦਿਲਾਂ ਦੀਆਂ ਜਾਣਨ ਵਾਲੇ, ਸਭਨਾਂ ਦੇ ਮਨ ਦੀ ਜਾਣਨ ਵਾਲੇ, ਕੌਣ ਬੈਠਾ ਕੀ ਸੋਚ ਰਿਹਾ ਹੈ, ਐਸੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਲਖੀ ਸਿੱਖ ਕੀ ਦੀਰਘ ਕਾਲ, ਮਹਾਰਾਜ ਨੇ ਵੇਖਿਆ ਭਾਈ ਹਿੰਦਾਲ ਜੀ ਬੜੇ ਹੀ ਪਿਆਰ ਨਾਲ ਸੇਵਾ ਕਰਦੇ ਆ। ਗੱਜ ਕੇ ਆਖੋ ਭਾਈ ਹਿੰਦਾਲ ਜੀ ਦੀ ਘਾਲਣਾ ਵੇਖੀ ਜੀ। ਹਰ ਇੱਕ ਦੀ ਘਾਲਣਾ ਮਹਾਰਾਜ ਵੇਖਦੇ ਜੀ। ਕੌਣ ਕੀ ਕਰ ਰਿਹਾ, ਕੌਣ ਕਿੱਥੇ ਖਲੋਤਾ ਹੈ, ਸਤਿਗੁਰੂ ਹਰ ਇੱਕ ਦੀ ਘਾਲਣਾ ਵੇਖਦੇ ਜੀ। ਭਾਈ ਹਿੰਦਾਲ ਜੀ ਦੀ ਵੀ ਘਾਲਣਾ ਵੇਖੀ, ਮਿਹਨਤ ਵੇਖੀ ਜੀ। ਇੱਕ ਦਿਨ ਸਲਿਤਾ ਕੋ ਗੁਰ ਗਏ, ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਨਿਹਾਲ ਕਰਨਾ ਚਾਹੁੰਦੇ ਭਾਈ ਹਿੰਦਾਲ ਜੀ ਨੂੰ। ਇੱਕ ਦਿਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਬਿਆਸ ਦਰਿਆ ਵੱਲ ਗਏ ਜੀ। ਹਾਂਜੀ, ਮੰਦ ਮੰਦ ਪਦ ਕੀ ਗਤ ਲਏ, ਤੇ ਹੌਲੀ ਹੌਲੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਬਿਆਸ ਦਰਿਆ ਵੱਲ ਗਏ ਜੀ। ਹਾਂਜੀ, ਮੱਜਨ ਕਰ ਪੁਰ ਕੋ ਪੁਨ ਆਏ, ਤੇ ਫਿਰ ਕੀ ਕੀਤਾ ਜੀ, ਉੱਥੇ ਜਾ ਕੇ ਇਸ਼ਨਾਨ ਕੀਤਾ ਜੀ ਨਾਲ ਸੇਵਕ। ਤੇ ਮਹਾਰਾਜ ਉੱਥੋਂ ਇਸ਼ਨਾਨ ਕਰਕੇ ਮੁੜ ਦਰਬਾਰ ਵੱਲ ਆ ਰਹੇ ਗੁਰੂ ਰਾਮਦਾਸ ਜੀ। ਦੇਗ ਸਦਨ ਮੋ ਗੁਰ ਪ੍ਰਸ਼ਵਾਏ, ਤੇ ਮਹਾਰਾਜ ਗਰੀਬ ਨਵਾਜ ਉਸ ਪਾਸੇ ਚਲੇ ਗਏ ਜਿਸ ਬੰਨੇ ਲੰਗਰ ਤਿਆਰ ਹੁੰਦਾ ਹੈ ਜੀ। ਦੇਗ ਸਦਨ, ਲੰਗਰ ਜਿੱਥੇ ਤਿਆਰ ਹੁੰਦਾ ਨਾ ਜੀ, ਉਧਰ ਚਲੇ ਗਏ ਮਹਾਰਾਜ। ਹਾਂਜੀ, ਜੇਤਕ ਸਿੱਖ ਕਰਤ ਤਹ ਸੇਵਾ, ਉਹ ਜਿਹੜੇ ਸਿੱਖ ਉੱਥੇ ਸੇਵਾ ਕਰ ਰਹੇ ਸਨ, ਕੋਈ ਭਾਂਡੇ ਮਾਂਜ ਰਿਹਾ ਸੀ, ਕੋਈ ਸਬਜ਼ੀ ਕੱਟ ਰਿਹਾ ਸੀ, ਕੋਈ ਸੇਵਾ ਕਰ ਰਿਹਾ ਸੀ, ਉਹ ਜਿੰਨਿਆਂ ਨੇ ਮਹਾਰਾਜ ਨੂੰ ਵੇਖਿਆ ਉਹਨਾਂ ਦੇ ਅੰਦਰ ਚਾਅ ਚੜ ਗਏ ਵੀ ਅੱਜ ਸੱਚੇ ਪਾਤਸ਼ਾਹ ਇੱਥੇ ਆਏ ਆ। ਸਨੇ ਸਨੇ ਸਭ ਭਿਖ ਗੁਰਦੇਵਾ, ਸਾਰਿਆਂ ਨੇ ਹੌਲੀ ਹੌਲੀ ਮਹਾਰਾਜ ਗਰੀਬ ਨਵਾਜ ਜੀ ਨੂੰ ਦੇਖਿਆ, ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ, ਚਾਅ ਹੀ ਚੜ ਗਏ ਸਿੱਖਾਂ ਨੂੰ। ਗੱਜ ਕੇ ਆਖੋ ਹੁਣ ਵੇਖੋ ਨਾ ਜੀ, ਬੰਦਾ ਸੇਵਾ ਕਰ ਰਿਹਾ ਹੋਵੇ ਤੇ ਗੁਰੂ ਸਾਹਿਬ ਉੱਤੋਂ ਆ ਜਾਣ ਤੇ ਸੇਵਕ ਨੂੰ ਤੇ ਚਾਅ ਹੀ ਚੜ ਜਾਂਦਾ ਨਾ ਜੀ ਵੇਖ ਕੇ। ਸਿੱਖਾਂ ਨੂੰ, ਪ੍ਰੇਮੀਆਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਚਾਅ ਹੀ ਚੜ ਗਏ ਜੀ। ਹਾਂਜੀ, ਗੁੰਧਤ ਚੂਨ ਤਬੈ ਹਿੰਦਾਲ, ਤੇ ਉਸ ਸਮੇਂ ਭਾਈ ਹਿੰਦਾਲ ਜੀ ਪਤਾ ਕੀ ਕਰ ਰਹੇ ਹੈ, ਭਾਈ ਹਿੰਦਾਲ ਜੀ ਆਟਾ ਗੁੰਨ ਰਹੇ ਹੈ। ਉਧਰੋਂ ਗੁਰੂ ਰਾਮਦਾਸ ਜੀ ਆ ਗਏ ਆ, ਉਧਰੋਂ ਭਾਈ ਹਿੰਦਾਲ ਜੀ ਆਟਾ ਗੁੰਨ ਰਹੇ ਹੈ ਜੀ। ਹਾਂਜੀ, ਲੱਗਿਓ ਰਹਿਓ ਜੁਗ ਹੱਥਨ ਨਾਲ, ਦੋਵੇਂ ਹੱਥਾਂ ਨਾਲ ਆਟਾ ਗੁੰਨ ਰਹੇ ਭਾਈ ਹਿੰਦਾਲ ਜੀ। ਆਟਾ ਗੁੰਨਣ ਦੀ ਦੋਵੇਂ ਹੱਥਾਂ ਦੀ ਜ਼ਰੂਰਤ ਹੈਗੀ ਆ ਜੀ। ਮਾਈਆਂ ਗੁੰਨਦੀਆਂ, ਉਹਨਾਂ ਨੂੰ ਪਤਾ ਜੀ। ਆਂਦੀ ਇੱਕ ਦਿਨ ਮੈਂ ਆਟਾ ਗੁੰਨਣ ਲੱਗ ਪਿਆ ਜੀ ਲੰਗਰ 'ਚ। ਬੜਾ ਮਹਿੰਗਾ ਕੰਮ ਹੈਗਾ ਜੀ, ਔਖਾ ਕੰਮ ਹੈਗਾ ਜੀ। ਹਾਂਜੀ, ਇਹ ਬੜੀ ਜ਼ੋਰ ਵਾਲੀ ਸੇਵਾ ਹੈਗੀ ਆ ਆਟਾ ਗੁੰਨਣ ਦੀ ਜੀ। ਹਾਂਜੀ,
ਮਿਰਤਕਾ ਲੱਗੈ ਨਾ ਇਮ ਉਰ ਧਾਰੀ। ਹੁਣ ਭਾਈ ਹਿੰਦਾਲ ਜੀ ਥੱਲੇ ਹੱਥ ਰੱਖ ਕੇ ਜੇ ਮੱਥਾ ਟੇਕਣ ਤੇ ਹੱਥਾਂ ਨੂੰ ਮਿੱਟੀ ਲੱਗਣੀ ਹੈ, ਤੇ ਹੱਥਾਂ ਨੂੰ ਕੀ ਲੱਗਾ? ਆਟਾ, ਆਟੇ ਨੂੰ ਮਿੱਟੀ ਲੱਗ ਜਾਣੀ ਹੈ ਜੀ। ਤਬ ਦੋਨੋਂ ਕਰ ਹਾਥ ਪਿਸ਼ਾਰੀ। ਗੱਜ ਕੇ ਆਖੋ। ਤੇ ਗੁਰੂ ਸਾਹਿਬ ਨੂੰ ਨਮਸਕਾਰ ਵੀ ਕਰਨੀ ਹੈ। ਹਾਂਜੀ, ਹੁਣ ਸਤਿਗੁਰੂ ਆਏ ਹੈ, ਨਮਸਕਾਰ ਤੇ ਮਹਾਰਾਜ ਜੀ ਨੂੰ ਕਰਨੀ ਹੈ ਨਾ। ਤੇ ਭਾਈ ਹਿੰਦਾਲ ਜੀ ਨੇ ਕੀ ਕੀਤਾ ਜੀ? ਛੇਤੀ ਦੇ ਨਾਲ ਦੋਵੇਂ ਹੱਥ ਪਿੱਛੇ ਕਰ ਲਏ ਜੀ। ਹਾਂਜੀ, ਗੁਰ ਪਦ ਪੰਕਜ ਮਸਤਕ ਧਰਿਓ। ਤੇ ਛੇਤੀ ਨਾਲ ਗੋਡੇ ਟੇਕ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖ ਦਿੱਤਾ ਜੀ। ਹਾਂਜੀ, ਦੇਖ ਪ੍ਰੇਮ ਕੋ ਬਾਕ ਉਚਰਿਓ। ਤੁਸੀਂ ਵੀ ਹੱਥ ਜੋੜੋ, ਸਿਰ ਝੁਕਾਓ, ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ। ਗੱਜ ਕੇ ਕਹੋ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇੰਜ ਹੱਥ ਜੋੜ ਕੇ ਨਾ ਸਿਰ ਨਵਾ ਕੇ ਕਹੋ, ਭਾਈ ਹਿੰਦਾਲ ਜੀ ਦੇ ਨਾਲ ਨਾਲ ਸਾਡੀ ਵੀ ਹਾਜ਼ਰੀ ਲੱਗ ਜਾਵੇ ਮਹਾਰਾਜ ਦੇ ਚਰਨਾਂ 'ਚ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਬਸ ਜੀ, ਉਹ ਭਾਈ ਹਿੰਦਾਲ ਜੀ ਨੇ ਹੱਥ ਪਿੱਛੇ ਕੀਤੇ, ਮੱਥਾ ਟੇਕਿਆ ਮਹਾਰਾਜ ਨੂੰ। ਹਾਂਜੀ, ਤੇਰੋ ਪ੍ਰੇਮ ਮੋਹੇ ਮਨ ਭਾਇਓ। ਤੇ ਦੇਖ ਪ੍ਰੇਮ ਕੋ ਬਾਕ ਉਚਰਿਓ। ਮਹਾਰਾਜ ਨੇ ਵੇਖਿਆ ਭਾਈ ਹਿੰਦਾਲ ਜੀ ਨੇ ਸੇਵਾ ਵੀ ਪੂਰੀ ਕੀਤੀ ਜੀ, ਅੰਨ ਦੀ ਬੇਅਦਬੀ ਨਹੀਂ ਹੋਣ ਦਿੱਤੀ ਜੀ। ਇਹ ਵੀ ਬੜਾ ਵੱਡਾ ਸਾਧ ਸੰਗਤ ਜੀ, ਸਾਡੇ 'ਚ ਅੱਜ ਨੁਕਸ ਪੈਦਾ ਹੋ ਗਿਆ। ਅੰਨ ਨੂੰ ਮਿੱਟੀ ਲੱਗੇਗੀ, ਅੰਨ ਦੀ ਬੇਅਦਬੀ ਹੋਏਗੀ। ਪੁਰਾਤਨ ਗੁਰਸਿੱਖ ਸਿਆਣੇ ਲੋਕ ਅੰਨ ਦੀ ਬੇਅਦਬੀ ਨਹੀਂ ਸੀ ਹੋਣ ਦਿੰਦੇ ਜੀ। ਅੱਜ ਅੰਨ ਦੀ ਬੇਅਦਬੀ ਆਪਾਂ ਘਰਾਂ 'ਚ ਕਰਦੇ ਹਾਂ, ਉਂਝ ਹੀ ਪ੍ਰਸ਼ਾਦੇ ਸੁੱਟੀ ਰੱਖਦੇ ਹਾਂ। ਹਾਂਜੀ, ਪੁਰਾਤਨ ਗੁਰਸਿੱਖ ਅੰਨ ਦੇ ਦਾਣੇ ਦਾਣੇ ਨੂੰ ਸਾਂਭਦੇ ਹੁੰਦੇ ਸੀਗੇ ਜੀ। ਮਹਾਰਾਜ ਬਾਣੀ 'ਚ ਕਹਿੰਦੇ ਧੰਨ ਅਨਾਜ ਧੰਨ ਗੁਰਦੇਵ। ਅੰਨ ਵੀ ਧੰਨ ਹੈ, ਅਨਾਜ ਵੀ ਧੰਨ ਹੈ। ਚੇਤੇ ਰੱਖਿਓ, ਇਹ ਸਰੀਰ ਅੰਨ ਕਰਕੇ ਜਿਉਂਦਾ। ਜੇ 3.5 ਮਣ ਦੇਹਰੀ ਚੱਲੇ ਪਾਣੀ ਅੰਨ, ਪਾਣੀ ਅੰਨ, ਅੰਨ ਕਰਕੇ ਹੈ। ਆਟੇ ਦਾ ਵੀ ਸਤਿਕਾਰ ਰੱਖਿਆ, ਅੰਨ ਦਾ ਵੀ ਸਤਿਕਾਰ ਰੱਖਿਆ। ਕਈ ਤੇ ਅੰਨ ਨੂੰ ਵੀ ਭਗਵਾਨ ਦਾ ਦਰਜਾ ਦਿੰਦੇ ਆ। ਅੰਨ ਦਾ ਵੀ ਸਤਿਕਾਰ ਰੱਖਿਆ, ਗੁਰੂ ਦਾ ਵੀ ਸਤਿਕਾਰ ਰੱਖਿਆ। ਗੁਰੂ ਰਾਮਦਾਸ ਜੀ ਨੂੰ ਵੀ ਮੱਥਾ ਟੇਕਿਆ। ਮਹਾਰਾਜ ਗੁਰੂ ਰਾਮਦਾਸ ਸਾਹਿਬ ਭਾਈ ਹਿੰਦਾਲ ਜੀ ਨੂੰ ਕਹਿਣ ਲੱਗੇ, ਤੇਰੋ ਪ੍ਰੇਮ ਮੋਹੇ ਮਨ ਭਾਇਓ। ਭਾਈ ਹਿੰਦਾਲ, ਤੇਰਾ ਇਹ ਪਿਆਰ ਸਾਡੇ ਮਨ ਨੂੰ ਚੰਗਾ ਲੱਗਾ ਹੈ ਜੀ। ਸਿੱਖ ਗੁਰੂ ਨੂੰ ਵੇਖੇ ਪਿਆਰਿਓ, ਜਾ ਕੇ ਆਪਣੇ ਚਰਨੀ ਪਵੇ ਜੀ, ਜਾ ਕੇ ਗੁਰੂ ਦੇ ਚਰਨੀ ਪਵੇ। ਨਹੀਂ ਵੇਖੇ ਤੇ ਮੁਖ ਫੇਰ ਕੇ ਦੂਜੇ ਬੰਨੇ ਹੋ ਜੇ ਜੀ। ਹਾਂਜੀ, ਵੇਖੇ ਤੇ ਮੁਖ ਫੇਰ ਕੇ ਦੂਜੇ ਬੰਨੇ ਹੋ ਜੇ, ਉਹ ਬੰਦਾ ਖੁਸ਼ੀ ਨਹੀਂ ਲੈ ਸਕਦਾ ਜੀ, ਖੁਸ਼ੀ ਨਹੀਂ ਲੈ ਸਕਦਾ। ਜਿਹੋ ਜਿਹਾ ਵੀ ਹੈਗਾ ਹੈ, ਆਪਣੇ ਗੁਰੂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਸੇ ਵੇਲੇ ਜਾ ਕੇ ਚਰਨੀ ਪੈ ਗਏ ਜੀ ਭਾਈ ਹਿੰਦਾਲ ਜੀ। ਨਈ ਰੀਤ ਕੋ ਪੰਥ ਚਲਾਇਓ। ਮਹਾਰਾਜ ਕਹਿੰਦੇ ਤੂੰ ਤੇ ਨਵੀਂ ਰੀਤੀ ਨਾਲ ਹੀ ਮੱਥਾ ਟੇਕਿਆ, ਸਾਨੂੰ ਹੱਥ ਪਿੱਛੇ ਕਰਕੇ। ਹਾਂਜੀ, ਮੇਰੀ ਕਿਰਪਾ ਤੋਹੇ ਪਰ ਭਈ। ਵੇਖ ਲੋ, ਐਸੇ ਪ੍ਰੇਮੀਆਂ ਤੇ ਮਹਾਰਾਜ ਦੀ ਖੁਸ਼ੀ ਹੁੰਦੀ ਜੇ। ਹੁਣ ਵੇਖੋ ਨਾ ਜੀ, ਇੱਕ ਬੰਨੇ ਗੁਰੂ ਆ ਰਿਹਾ ਹੋਵੇ, ਇੱਕ ਬੰਨੇ ਬੰਦੇ ਨੇ ਵੇਖ ਵੀ ਲਿਆ ਹੋਵੇ ਵੀ ਮੇਰੇ ਗੁਰੂ ਜੀ ਆ ਰਹੇ ਆ, ਤੇ ਬੰਦਾ ਰਾਹ ਹੀ ਬਦਲ ਦੇਵੇ ਜੀ। ਹਾਂਜੀ, ਔਰ ਤੇ ਖੁਸ਼ੀ ਹੋਏਗੀ ਜੀ? ਨਹੀਂ ਨਹੀਂ, ਜਿਹੜੀ ਥੋੜੀ ਬਹੁਤੀ ਹੈਗੀ ਉਹ ਵੀ ਜਾਏਗੀ ਜੀ। ਤੇ ਚੇਤਾ ਰੱਖਿਓ, ਜਿਸ ਬੰਦੇ ਨੇ ਆਪਣੇ ਗੁਰੂ ਦੀ ਖੁਸ਼ੀ ਨਹੀਂ ਲਈ, ਉਹਨੇ ਕੱਖ ਨਹੀਂ ਖੱਟਿਆ ਜੀ। ਸਾਰ ਕਿਤਾਬ ਲਈ ਗ੍ਰੰਥ 'ਚ ਲਿਖਿਆ, ਇੱਕ ਅੱਧਾ ਅੱਖਰ ਵੀ ਜਿਹਦੇ ਕੋਲੋਂ ਸਿੱਖੋ, ਉਹਦਾ ਸਤਿਕਾਰ ਕਰੋ। ਉਹਦੀ ਨਿੰਦਿਆ ਕਰਨ ਵਾਲੇ ਨੂੰ ਸਜ਼ਾ ਮਿਲਦੀ ਰੱਬ ਦੇ ਘਰ ਦੀ। ਹਾਂਜੀ, ਉਹ ਖੁਸ਼ੀ ਲਈ ਜੀ ਭਾਈ ਹਿੰਦਾਲ ਜੀ ਨੇ ਜੀ, ਖੁਸ਼ੀ ਲਈ। ਮਹਾਰਾਜ ਕਹਿਣ ਲੱਗੇ, ਮੇਰੀ ਕਿਰਪਾ ਤੋਹੇ ਪਰ ਭਈ। ਤੇਰਾ ਇਹ ਪ੍ਰੇਮ ਤੇ ਤਰੀਕਾ ਵੇਖ ਕੇ ਸਾਡੀ ਖੁਸ਼ੀ ਹੈ ਤੇਰੇ ਤੇ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਤੇ ਜਿਹਦੇ ਤੇ ਗੁਰੂ ਦੀ ਖੁਸ਼ੀ ਹੋ ਗਈ, ਉਹਦੇ ਤੇ ਸਾਰਿਆਂ ਦੀ ਆਪੇ ਹੀ ਹੋ ਜਾਣੀ ਹੈ ਜੀ। ਹਾਂਜੀ,
ਹੱਥ ਬੰਧਨ ਮੁਕਤੀ ਸ਼ੁਭ ਲਈ। ਮਹਾਰਾਜ ਕਹਿਣ ਲੱਗੇ ਭਾਈ ਹਿੰਦਾਲ ਤੇਰੇ ਸਾਰੇ ਬੰਧਨ ਕੱਟੇ ਗਏ ਤੇ ਮਹਾਰਾਜ ਕਹਿੰਦੇ ਜਾ ਤੈਨੂੰ ਮੁਕਤ ਕੀਤਾ ਕਹਿਣ ਲੱਗੇ। ਗੁਰੂਆਂ ਦੇ ਹੱਥ 'ਚ ਬੜਾ ਕੁਝ ਹੁੰਦਾ ਤੇ ਸੰਗਤ ਜੀ। ਮਤ ਬੰਦਾ ਸੋਚੇ ਮੈਂ ਕੁਝ ਬਣ ਗਿਆ, ਨਹੀਂ, ਜਿਹੜੀ ਉਹਨਾਂ ਦੀ ਖੁਸ਼ੀ ਹੈ ਉਹ ਉਹਨਾਂ ਦੀ ਖੁਸ਼ੀ ਹੈ। ਹਾਂਜੀ, ਪੂਰਨ ਸੇਵਾ ਅਬ ਤੁਵ ਹੋਈ। ਮਹਾਰਾਜ ਕਹਿਣ ਲੱਗੇ ਤੇਰੀ ਸੇਵਾ ਪੂਰੀ ਹੋਈ ਕਹਿਣ ਲੱਗੇ। ਜਿੰਨੀ ਤੂੰ ਸੇਵਾ ਕੀਤੀ ਤੇਰੀ ਸੇਵਾ ਪੂਰੀ ਹੋ ਗਈ। ਧੰਨ ਸੇਵਾ ਸੇਵਕ ਪਰਵਾਨ। ਪੂਰੀ ਦਾ ਮਤਲਬ ਤੇਰੀ ਸੇਵਾ ਪ੍ਰਵਾਨ ਹੋ ਗਈ ਹੈ। ਬਾਂਸ਼ਤ ਪਾਏ ਨਾ ਸੰਸੈ ਕੋਈ। ਕਿਸੇ ਸੰਸੇ ਤੋਂ ਬਗੈਰ ਜੋ ਮੰਗਣਾ ਮੰਗ ਲਾ। ਗੁਰੂ ਰਾਮਦਾਸ ਜੀ ਕਹਿੰਦੇ ਜੋ ਮੰਗੇਗਾ ਤੈਨੂੰ ਤਤਕਾਲ ਦੇਾਂਗੇ। ਗੱਜ ਕੇ ਆਖੋ ਸਾਹਮਣੇ ਗੁਰੂ ਰਾਮਦਾਸ ਸਾਹਿਬ ਖਲੋਤੇ ਹੋਣ, ਸਿੱਖ ਨੂੰ ਕਹਿ ਰਹੇ ਹੋਣ ਸਿੱਖਾ ਜੋ ਮੰਗਣਾ ਮੰਗ ਲਾ। ਹੋਰ ਕੀ ਚਾਹੀਦਾ ਬੰਦੇ ਨੂੰ ਜੀ। ਸਿੱਧ ਅਵਸਥਾ ਗੁਰ ਕੇ ਕਹੇ। ਬਸ ਗੁਰੂ ਸਾਹਿਬ ਜੀ ਦੇ ਕਿਹਾ ਨਾ ਜੀ, ਭਾਈ ਹਿੰਦਾਲ ਜੀ ਦੇ ਅੰਦਰ ਸਿੱਧਾਂ ਵਾਲੀ ਅਵਸਥਾ ਆ ਗਈ ਜੀ। ਹਾਂਜੀ, ਪ੍ਰਾਪਤ ਭਈ ਭਰਮ ਗੁਰ ਦਹੇ। ਸਿੱਧ ਅਵਸਥਾ ਪ੍ਰਾਪਤ ਹੋ ਗਈ ਤੇ ਸਾਧ ਸੰਗਤ ਭਰਮਾਂ ਦਾ ਨਾਸ਼ ਹੋ ਗਿਆ ਜੀ ਅੰਦਰੋਂ ਜੀ। ਗੁਰੂ ਦੀ ਖੁਸ਼ੀ ਵਿੱਚ ਬੜਾ ਕੁਝ ਹੈਗਾ ਜੀ। ਹਾਂਜੀ, ਜਿਹਨੇ ਗੁਰੂ ਦੀ ਖੁਸ਼ੀ ਲੈ ਲਈ ਉਹਨੇ ਸਭ ਕੁਝ ਲੈ ਲਿਆ। ਜਿਹਨੇ ਗੁਰੂ ਦੀ ਨਾਰਾਜ਼ਗੀ ਲਈ, ਜਿਹਦੇ ਤੇ ਜਿਹਦਾ ਗੁਰੂ ਹੀ ਨਾਰਾਜ਼ ਹੋ ਗਿਆ, ਬਹੁਤ ਕੁਝ ਹੁੰਦਿਆਂ ਹੋਇਆਂ ਵੀ ਉਹਦੇ ਪੱਲੇ ਕੱਖ ਨਹੀਂ ਹੈਗਾ ਜੀ। ਇਸ ਕਰਕੇ ਸਿਆਣੇ ਕਹਿੰਦੇ ਨਾ ਜੀ, ਮੇਰੇ ਸਤਿਗੁਰੂ ਨਾ ਮੇਰੇ ਤੋਂ ਰੁੱਸਣ ਭਾਵੇਂ ਬਾਕੀ ਸਾਰਾ ਸੰਸਾਰ ਰੁੱਸਦਾ ਤੇ ਰੁੱਸ ਜੇ ਜੀ। ਮਹਾਰਾਜ ਦੀ ਖੁਸ਼ੀ ਹੋਈ, ਸਭ ਉੱਚ ਅਵਸਥਾ ਮਿਲ ਗਈ ਜੀ ਭਾਈ ਹਿੰਦਾਲ ਜੀ ਨੂੰ। ਜੈਸੇ ਮਹਾਰੰਕ ਹੋਏ ਕੋਈ। ਜਿਵੇਂ ਕੋਈ ਬਹੁਤ ਗਰੀਬ ਬੰਦਾ ਹੋਏ ਨਾ ਜੀ, ਇੱਕ ਹੁੰਦਾ ਰੰਕ ਗਰੀਬ ਬੰਦਾ, ਗਰੀਬ ਨੂੰ ਵੀ ਰੋਟੀ ਪਾਣੀ ਮਿਲਦਾ ਜਾਂਦਾ ਜੀ। ਅੱਜ ਕੇ ਆਖੋ ਵਾਹ। ਇੱਕ ਹੁੰਦਾ ਹੈ ਮਹਾਰੰਕ, ਬਹੁਤ ਹੀ ਗਰੀਬ ਬੰਦਾ। ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਜਿਵੇਂ ਕੋਈ ਬਹੁਤ ਗਰੀਬ ਬੰਦਾ ਹੁੰਦਾ ਹੈ। ਹਾਂਜੀ, ਪਦ ਕੁਬੇਰ ਕੇ ਬੈਠਾ ਸੋਈ। ਤੇ ਸਾਧ ਸੰਗਤ ਜੀ ਉਹ ਕੁਬੇਰ ਹੀ ਬਣ ਜੇ। ਕੁਬੇਰ ਭਲਾ ਕਿਹਨੂੰ ਕਹਿੰਦੇ? ਧਨ ਦੇ ਦੇਵਤੇ ਦਾ ਨਾਮ ਕੁਬੇਰ ਹੈ। ਗੱਜ ਕੇ ਆਖੋ ਬਸ ਇਹ ਤੇ ਗੁਰੂ ਦੀ ਦ੍ਰਿਸ਼ਟੀ ਜੀ। ਜਿਵੇਂ ਕੰਗਾਲ ਤੋਂ ਕੰਗਾਲ ਬੰਦਾ ਕੁਬੇਰ ਹੀ ਬਣ ਜੇ, ਮਾਲਕ ਹੀ ਬਣ ਜੇ ਧਨ ਦਾ, ਇਸੇ ਤਰ੍ਹਾਂ ਜਿਹਦੇ ਤੇ ਸਤਿਗੁਰੂ ਦੀ ਦ੍ਰਿਸ਼ਟੀ ਹੋ ਜਾਂਦੀ ਹੈ, ਸਾਧ ਸੰਗਤ ਜੀ ਆਮ ਜਿਹਾ ਬੰਦਾ ਪਾਤਸ਼ਾਹ ਬਣ ਜਾਂਦਾ ਹੈ ਜੀ। ਗੁਰੂ ਜੀ ਦੀ ਦ੍ਰਿਸ਼ਟੀ ਦਾ ਪ੍ਰਤਾਪ ਤੇ ਗੁਰੂ ਜੀ ਦੀ ਮਿਹਰ ਦੀ ਦ੍ਰਿਸ਼ਟੀ ਦਾ ਪ੍ਰਤਾਪ ਹੈ। ਹਾਂਜੀ, ਨਿਜ ਕਰਸੋਂ ਤੇ ਮਾਥ ਉਠਾਏ। ਹੁਣ ਤੁਸੀਂ ਸੁਣਿਆ ਭਾਈ ਹਿੰਦਾਲ ਨੇ ਦੋਵੇਂ ਹੱਥ ਪਿੱਛੇ ਕੀਤੇ ਆ ਤੇ ਜਦੋਂ ਸਰੀਰ ਥੋੜਾ ਭਾਰਾ ਸੀਗਾ ਤੇ ਹੱਥ ਪਿੱਛੇ ਕੀਤੇ ਆ ਤੇ ਉੱਠਣਾ, ਮੱਥਾ ਟੇਕ ਕੇ ਉੱਠਣਾ ਤੇ ਹੱਥ ਥੱਲੇ ਲਾਉਣਾ ਪੈਣਾ। ਤੇ ਜੇ ਹੱਥ ਥੱਲੇ ਲੱਗ ਗਿਆ ਤੇ ਆਟੇ ਨੂੰ ਮਿੱਟੀ ਲੱਗ ਜਾਣੀ ਹੈ ਜੀ। ਇੱਕ ਤੇ ਵੈਸੇ ਗੁਰੂ ਜੀ ਦੇ ਚਰਨਾਂ ਤੋਂ ਸਿਰ ਚੁੱਕਣ ਨੂੰ ਜੀ ਨਹੀਂ ਕਰਦਾ। ਦੂਜਾ ਭਾਈ ਹਿੰਦਾਲ ਜੀ ਸਾਧ ਸੰਗਤ ਜੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਮੱਥਾ ਰੱਖਿਆ। ਹੁਣ ਚੁੱਕਣ ਕਿਵੇਂ? ਹੱਥ ਥੱਲੇ ਲਾਉਣੇ ਪੈਣੇ, ਹੱਥਾਂ ਨੂੰ ਮਿੱਟੀ ਲੱਗ ਜਾਣੀ ਹੈ। ਹਾਂਜੀ, ਦੀਨ ਸੂਦਨਾ ਬਖਸ਼ਿਸ਼ ਪਾਏ। ਲੇਕਰ ਧਰਿਓ ਸੀਸ ਪਰ ਜਬੈ। ਤੇ ਫਿਰ ਮਹਾਰਾਜ ਨੇ ਕਿਰਪਾ ਕੀਤੀ, ਆਪ ਫੜ ਕੇ ਭਾਈ ਹਿੰਦਾਲ ਜੀ ਨੂੰ ਉਠਾਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਉਂ ਹੱਥ ਥੱਲੇ ਨਹੀਂ ਲਾ ਸਕਦੇ ਤੇ ਹੱਥ ਲਾਉਣ ਤੋਂ ਬਗੈਰ ਉੱਠਿਆ ਨਹੀਂ ਜਾਣਾ, ਸਰੀਰ ਭਾਰਾ ਹੈ ਜੀ। ਮਹਾਰਾਜ ਨੇ ਆਪ ਉਠਾਇਆ ਤੇ ਫਿਰ ਦੀਨ ਸੂਦ ਨਾ ਬਖਸ਼ਿਸ਼ ਭਾਏ। ਮਹਾਰਾਜ ਦੇ ਮੋਢੇ ਤੇ ਪਰਨਾ ਸੀਗਾ ਜੀ। ਗੁਰੂ ਰਾਮਦਾਸ ਜੀ ਨੇ ਉਹ ਪਰਨਾ ਰੁਮਾਲ ਜਿਹੜਾ ਭਾਈ ਹਿੰਦਾਲ ਜੀ ਨੂੰ ਦੇ ਦਿੱਤਾ ਜੀ। ਹਾਂਜੀ, ਲੈ ਕਰ ਧਰਿਓ ਸੀਸ ਪਰ ਜਬੈ। ਹੁਣ ਪਿਆਰਿਓ ਅੱਜ ਵੀ ਉਹ ਖੇਡ ਵਰਤਦੀ ਹੈ, ਪਰ ਜੇ ਕੋਈ ਭਾਵਨਾ ਬਣਾ ਲੇ ਜੀ। ਆ ਪੱਖਾ ਬੰਦ ਕਰ ਦਿਓ। ਜੇ ਕੋਈ ਭਾਵਨਾ ਬਣਾ ਲੇ ਜੀ। ਹਾਂਜੀ, ਇਹ ਨਹੀਂ ਵੀ ਉਦੋਂ ਵਿਅਕਤੀਗਤ ਸਰੀਰ ਵਿੱਚ ਸਨ। ਪਿਆਰਿਓ ਸਰੀਰ ਦੀ ਕਿਰਪਾ ਆਪਣੀ ਹੈ। ਗੁਰੂ ਸਾਹਿਬ ਨੇ ਆਪ ਪਰਨਾ ਦਿੱਤਾ, ਉਹਨੂੰ ਕੱਪੜਾ ਨਾ ਸਮਝਿਓ।
ਗੁਰੂ ਰਾਮਦਾਸ ਜੀ ਨੇ ਉਹਦੇ ਵਿੱਚ ਬਖਸ਼ਿਸ਼ਾਂ ਦੇ ਦਿੱਤੀਆਂ ਨੇ ਜੀ। ਮਹਾਰਾਜ ਨੇ ਉਸ ਪਰਨੇ ਰਾਹੀਂ ਬਖਸ਼ਿਸ਼ਾਂ ਦੇ ਦਿੱਤੀਆਂ ਜੀ। ਤੇ ਜਦੋਂ ਮਹਾਰਾਜ ਨੇ ਬਖਸ਼ਿਸ਼ਾਂ ਦਿੱਤੀਆਂ ਨਾ ਜੀ, ਤੇ ਉਹ ਬਖਸ਼ਿਸ਼ਾਂ ਨੂੰ, ਪਰਨੇ ਨੂੰ ਭਾਈ ਸਾਹਿਬ ਨੇ ਆਪਣੇ ਸਿਰ ਤੇ ਰੱਖ ਲਿਆ ਜੀ। ਇਹ ਨਹੀਂ ਵੀ ਗੁਰੂ ਦਾ ਹਜ਼ੂਰੀਆ ਮੈਂ ਗਲ ਚ ਪਾ ਲਾ, ਨਹੀਂ। ਹਾਂਜੀ, ਹੁਤੋ ਜੀਵ ਈਸ਼ਵਰ ਭਾਤਬੈ। ਬਸ ਉਸੇ ਵੇਲੇ ਹੀ ਵੇਖੋ ਗੁਰੂ ਰਾਮਦਾਸ ਜੀ ਦੀ ਕਿਰਪਾ। ਗੱਜ ਕੇ ਆਖੋ ਸਾਰੇ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਕਹਿਣ ਲੱਗੇ ਇੱਕ ਆਮ ਪੁਰਸ਼ ਸੀ, ਪਰ ਜਦੋਂ ਗੁਰੂ ਰਾਮਦਾਸ ਜੀ ਦਾ ਬਖਸ਼ਿਆ ਹਜ਼ੂਰੀਆ ਸਿਰ ਤੇ ਰੱਖਿਆ, ਸਧਾਰਨ ਬੰਦੇ ਤੋਂ ਭਾਈ ਹਿੰਦਾਲ ਰੱਬ ਹੀ ਬਣ ਗਿਆ। ਕਹਿਣ ਲੱਗੇ ਬੜੀ ਵੱਡੀ ਕਿਰਪਾ ਹੋ ਗਈ ਜੀ ਭਾਈ ਹਿੰਦਾਲ ਜੀ ਤੇ। ਹਾਂਜੀ, ਤੀਨ ਲੋਕ ਗਾਮੀ ਹੋਏ ਗਇਓ। ਬਸ ਉਸੇ ਵੇਲੇ ਭਾਈ ਹਿੰਦਾਲ ਜੀ ਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਜੀ। ਤੀਨ ਲੋਕ ਗਾਮੀ ਹੋਏ ਗਇਓ, ਤਿੰਨਾਂ ਲੋਕਾਂ ਦੀ ਸੋਝੀ ਵਾਲੇ ਹੋ ਗਏ ਜੀ ਭਾਈ ਹਿੰਦਾਲ ਜੀ। ਸ਼੍ਰੀ ਸਤਿਗੁਰ ਉੱਚੋ ਪਦ ਦਇਓ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਉੱਚ ਪਦਵੀ ਦੇ ਦਿੱਤੀ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਜਿਹਦੇ ਤੇ ਖੁਸ਼ ਹੋ ਜਾਏ ਜੀ। ਭਾਈ ਹਿੰਦਾਲ ਨੇ ਆਨਾ ਕਾਨਾ ਨਹੀਂ ਕੀਤਾ ਜੀ ਮੱਥਾ ਟੇਕਣ ਤੋਂ ਮਹਾਰਾਜ ਨੂੰ। ਜਿਹੋ ਜੀ ਹਾਲਤ ਵਿੱਚ ਸਨ, ਬਸ ਭਾਈ ਹਿੰਦਾਲ ਜੀ ਝੁਕ ਗਏ ਜੀ ਗੁਰੂ ਅੱਗੇ ਜੀ। ਬਸ ਇੰਨੀ ਕੁ ਖੇਡ 'ਚ ਬੰਦਾ ਜਿਹੋ ਜੀ ਵੀ ਹਾਲ ਵਿੱਚ ਹੈਗਾ, ਸਤਿਗੁਰੂ ਦੇ ਅੱਗੇ ਝੁਕ ਜਾਵੇ, ਮਹਾਰਾਜ ਕਿਰਪਾ ਕਰ ਦਿੰਦੇ ਹੈ ਜੀ। ਇਹ ਨਹੀਂ ਬੰਦਾ ਆਨਾ ਕਾਨੀ ਕਰ ਲਏ ਜੀ, ਇਹ ਨਹੀਂ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਵਾਹਿਗੁਰੂ ਭਾਈ ਹਿੰਦਾਲ ਜੀ ਨੇ ਤਿੰਨਾਂ ਲੋਕਾਂ ਦੇ ਗਾਮੀ ਹੋ ਗਏ। ਗੁਰੂ ਰਾਮਦਾਸ ਜੀ ਨੇ ਭਾਈ ਹਿੰਦਾਲ ਜੀ ਨੂੰ ਉੱਚ ਪਦਵੀ ਦੇ ਦਿੱਤੀ ਜੀ। ਸਭ ਸਿੱਧਾਂ ਪ੍ਰਾਪਤ ਭੀ ਆਏ। ਉਹ ਸਾਰੀਆਂ ਸਿੱਧੀਆਂ ਜਿਹੜੀਆਂ ਸਨ ਨਾ, 18 ਸਿੱਧੀਆਂ, ਉਹ ਭਾਈ ਹਿੰਦਾਲ ਜੀ ਦੇ ਸਾਹਮਣੇ ਆ ਕੇ ਖਲੋ ਗਈਆਂ ਜੀ। ਹਾਂਜੀ, ਅਦਭੁਤ ਹੀ ਕੁਛ ਬਨਿਓ ਬਣਾਏ। ਬਸ ਕੁਝ ਅਦਭੁਤ ਦੀ ਚੀਜ਼ ਬਣ ਗਈ ਜੀ, ਕੁਝ ਹੈਰਾਨੀ ਵਾਲੀ ਚੀਜ਼ ਬਣ ਗਈ। ਕਹਿੰਦੇ ਸਮਝ ਨਹੀਂ ਆਉਂਦੀ ਭਾਈ ਹਿੰਦਾਲ ਜੀ ਤੇ ਕਿਹੜੀ ਕਿਰਪਾ ਹੋ ਗਈ ਜੀ। ਹਾਂਜੀ, ਹਾਥ ਜੋੜ ਕਰ ਖਰੋ ਹਿੰਦਾਲ। ਭਾਈ ਹਿੰਦਾਲ ਜੀ ਨਿਮਰਤਾ ਚ ਆ ਕੇ ਗੁਰੂ ਰਾਮਦਾਸ ਸਾਹਿਬ ਖਲੋਤੇ। ਭਾਈ ਹਿੰਦਾਲ ਜੀ ਫਿਰ ਉੱਠੇ ਤੇ ਹੱਥ ਜੋੜ ਕੇ ਖਲੋ ਗਏ। ਆਟਾ ਉਂਝ ਹੀ ਲੱਗਾ ਹੱਥਾਂ ਨੂੰ ਜੀ। ਹਾਂਜੀ, ਕਰ ਸਤਿਗੁਰ ਕੋ ਸੁਜਸ ਵਿਸਾਲ। ਤੇ ਭਾਈ ਹਿੰਦਾਲ ਤੇ ਕਿਰਪਾ ਹੋਈ ਸੀਗੀ। ਭਾਈ ਹਿੰਦਾਲ ਜੀ ਨੂੰ ਰਸ ਆ ਗਿਆ, ਭਗਤੀ ਦਾ ਖੇੜਾ ਬਣ ਗਿਆ, ਆਨੰਦ ਬਣ ਗਿਆ। ਕਿਸੇ ਨਾਲ ਗੱਲ ਨਹੀਂ ਸੀ ਕਰਦੇ ਹੁੰਦੇ। ਅੱਜ ਪਹਿਲੀ ਵਾਰੀ ਪ੍ਰੇਮੀਆਂ ਨੇ ਭਾਈ ਹਿੰਦਾਲ ਦੀ ਆਵਾਜ਼ ਸੁਣੀ ਜੀ, ਪਹਿਲੀ ਵਾਰੀ ਜੀ। ਹੱਥ ਜੋੜ ਲਏ, ਭਾਈ ਹਿੰਦਾਲ ਜੀ ਗੁਰੂ ਰਾਮਦਾਸ ਜੀ ਦਾ ਜਸ ਕਰਨ ਲੱਗੇ ਜੀ। ਹਾਂਜੀ, ਕਹੀ ਨਾ ਜਾਏ ਗੁਰੂ ਗਤ ਨਿਆਰੀ। ਹੇ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਤੁਹਾਡੀ ਗਤ ਕਹੀ ਨਹੀਂ ਜਾ ਸਕਦੀ ਮਹਾਰਾਜ। ਹਾਂਜੀ, ਛਿਨ ਮੈਂ ਬਖਸ਼ ਤੇ ਲੋਕੀ ਸਾਰੀ। ਮਹਾਰਾਜ ਇੱਕ ਛਿਣ ਵਿੱਚ ਜਿਹਦੇ ਤੇ ਤੁਸੀਂ ਕਿਰਪਾ ਕਰਨ ਲੱਗੋ, ਉਹਨੂੰ ਤਿੰਨਾਂ ਲੋਕਾਂ ਦਾ ਮਾਲਕ ਬਣਾ ਦਿੰਦੇ ਹੋ। ਹਾਂਜੀ, ਕਰੈ ਨਿਹਾਲ ਦਾਸ ਤਤਕਾਲਾ। ਹੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਸੱਚੀ ਸਰਕਾਰ, ਤੁਸੀਂ ਆਪਣੇ ਦਾਸਾਂ, ਆਪਣੇ ਸੇਵਕਾਂ ਨੂੰ ਨਿਹਾਲ ਕਰਨ ਵਾਲੇ ਹੋ ਮਹਾਰਾਜ। ਤੁਮ ਸਮਾਨ ਨਹਿ ਆਨ ਕਿਰਪਾਲਾ। ਤੇ ਭਾਈ ਹਿੰਦਾਲ ਜੀ ਕੀ ਕਹਿ ਰਹੇ ਹੈ? ਹੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਇਸ ਸਾਰੇ ਜਗ ਤੇ ਤੁਹਾਡੇ ਵਰਗਾ ਦੂਜਾ ਹੈ ਹੀ ਹੋਰ ਕੋਈ ਨਹੀਂ ਜੀ। ਗੱਜ ਕੇ ਆਖੋ ਵਾਹਿਗੁਰੂ। ਤੁਹਾਡੇ ਵਰਗਾ ਦੂਜਾ ਕੋਈ ਨਹੀਂ ਜੀ। ਹਾਂਜੀ, ਕਹੂ ਹਰ ਸਮਾਨ ਨਹੀਂ ਰਾਜਾ। ਗੁਰੂ ਰਾਮਦਾਸ ਜੀ ਵਰਗਾ ਕੌਣ ਹੋ ਸਕਦਾ ਹੈ ਜੀ। ਹਾਂਜੀ, ਧੰਨ ਧੰਨ ਗੁਰ ਪਰਮ ਉਦਾਰੇ। ਮਹਾਰਾਜ ਆਪ ਜੀ ਧੰਨ ਹੋ, ਆਪ ਜੀ ਧੰਨ ਹੋ ਸੱਚੇ ਪਾਤਸ਼ਾਹ। ਕਹੇ ਨਾ ਜਾਏ ਚਰਿਤ੍ਰ ਤੁਮਾਰੇ। ਸੱਚੇ ਪਾਤਸ਼ਾਹ, ਆਪ ਜੀ ਦੇ ਚਰਿੱਤਰ, ਆਪ ਜੀ ਦੇ ਕੌਤਕ ਮੈਂ ਆਪਣੀ ਜੀਭ ਤੋਂ ਬਿਆਨ ਨਹੀਂ ਕਰ ਸਕਦਾ ਜੀ। ਇੱਕ ਜਪਜੀ ਸਾਹਿਬ ਦਾ ਪਾਠ ਹੈ, ਜਾਂ ਇੱਕ ਮੂਲ ਮੰਤਰ ਕਹਿ ਲਓ। ਜਪਜੀ ਸਾਹਿਬ ਦੇ ਵੱਡਾ ਹੈ, ਮੂਲ ਮੰਤਰ ਦੀ ਗੱਲ ਕਰ ਲਓ ਪਿਆਰਿਓ। ਉਹਦੇ ਜਾਪ ਵਿੱਚ ਜਿਨ੍ਹਾਂ ਨੂੰ ਆਨੰਦ ਆ ਗਿਆ, ਉਹ ਕਹਿੰਦੇ ਆ ਅਸੀਂ ਇਹਦਾ ਆਨੰਦ ਆਪਣੀ ਜੀਭ ਤੋਂ ਬਿਆਨ ਕਰਕੇ ਨਹੀਂ ਦੱਸ ਸਕਦੇ। ਧਰਮ ਦੀ ਖੇਡ ਐਸੀ ਹੈ ਸਾਧ ਸੰਗਤ ਦੀ, ਜਦੋਂ ਬੰਦੇ ਨੂੰ ਆਨੰਦ ਆਉਂਦਾ ਹੈ, ਰਸ ਆਉਂਦਾ ਹੈ,
ਉਹ ਮੂੰਹੋਂ ਬੋਲ ਕੇ ਨਹੀਂ ਦੱਸ ਸਕਦਾ ਜੀ। ਤੇ ਇੰਨੇ ਵੱਡੇ ਗੁਰੂ ਦੇ ਕਿਵੇਂ ਗੁਣ ਬੰਦਾ ਮੂੰਹੋਂ ਗਾ ਸਕਦਾ ਹੈ? ਹਾਂਜੀ। ਤਬ ਸ਼੍ਰੀ ਮੁਖ ਤੇ ਬਾਕ ਬਖਾਨੇ, ਹਾਂਜੀ। ਅਬ ਆਪਣੇ ਕਰ ਗਮਨੋ ਸਿਆਣੇ। ਮਹਾਰਾਜ ਗੁਰੂ ਰਾਮਦਾਸ ਸਾਹਿਬ ਬੜੇ ਪ੍ਰਸੰਨ ਹੋਏ। ਮਹਾਰਾਜ ਕਹਿੰਦੇ ਜਾਓ ਹੁਣ ਆਪਣੇ ਘਰ ਜਾਓ, ਆਨੰਦ ਲਓ, ਸੇਵਾ ਸੰਪੂਰਨ ਹੋ ਗਈ ਤੁਹਾਡੀ। ਹਾਂਜੀ। ਸਤਨਾਮ ਕੋ ਮੰਤਰ ਜਪਾਵੋ, ਆਪ ਵੀ ਜਪੋ ਤੇ ਪ੍ਰੇਮੀਆਂ ਨੂੰ ਵੀ ਜਪਾਓ। ਕੀ? ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ। ਬਹੁ ਲੋਕਨ ਉਪਦੇਸ਼ ਦ੍ਰਿੜਾਵੋ, ਬਹੁਤ ਲੋਕਾਂ ਵਿੱਚ ਗੁਰੂ ਦੇ ਉਪਦੇਸ਼ ਦਾ ਜਿਹੜਾ ਪ੍ਰਚਾਰ ਹੈ ਉਹ ਕਰੋ। ਹਾਂਜੀ। ਇਮ ਕਹਿ ਵਿਦਾ ਕੀਨ ਹਿੰਦਾਲ, ਇਹ ਕਹਿ ਕੇ ਗੁਰੂ ਰਾਮਦਾਸ ਜੀ ਨੇ ਭਾਈ ਹਿੰਦਾਲ ਜੀ ਨੂੰ ਵਿਦਾ ਕੀਤਾ ਜੀ। ਗਮਨਿਓ ਲੇਕਰ ਬਖਸ਼ ਵਿਸਾਲ, ਭਾਈ ਹਿੰਦਾਲ ਜੀ ਉਸ ਸਿਰੇ ਪਾਓ ਮਹਾਰਾਜ ਦਾ ਆਪਣੇ ਸੀਸ ਤੇ ਰੱਖ ਕੇ ਤੁਰ ਪਏ। ਬਸ ਉਸ ਸਿਰ ਪਾਓ ਵਿੱਚ ਸਭ ਕੁਝ ਸੀਗਾ ਜੀ। ਪਿਆਰਿਓ, ਧੰਨ ਗੁਰੂ ਰਾਮਦਾਸ ਸਾਹਿਬ ਅੱਜ ਵੀ ਇਹ ਕਿਰਪਾ ਕਰ ਦਿੰਦੇ ਹਨ। ਜੇ ਕੋਈ ਸੇਵਾ ਕਰੇ, ਧਿਆਨ ਨਾਲ ਗੱਲ ਸੁਣਿਓ, ਪਿਆਰ ਨਾਲ ਗੱਜ ਕੇ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਆਪ ਜੀ ਨੇ ਭਾਈ ਹਿੰਦਾਲ ਜੀ ਦਾ ਘਾਲਣਾ ਸੁਣੀ ਤੇ ਗੁਰੂ ਜੀ ਦੀ ਕੀਤੀ ਹੋਈ ਬਖਸ਼ਿਸ਼ ਸੁਣੀ ਜੀ। ਥੋੜੀ ਜਿਹੀ ਸੁਰਤ ਇਕਾਗਰ ਕਰਿਓ। ਗੁਰੂ ਰਾਮਦਾਸ ਸਾਹਿਬ ਅੱਜ ਵੀ ਉਹ ਕਿਰਪਾ ਕਰਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲਾਗੇ ਜਿੱਥੇ ਆਟਾ ਮੰਡੀ ਗੇਟ ਹੈ ਨਾ, ਆਟਾ ਮੰਡੀ ਗੇਟ ਦੇ ਬਿਲਕੁਲ ਲਾਗੇ ਪਿਆਰਿਓ ਅਸਥਾਨ ਹੈ ਬਾਬਾ ਸ਼ਾਮ ਸਿੰਘ ਜੀ ਦਾ। ਬਾਬਾ ਸ਼ਾਮ ਸਿੰਘ ਜੀ ਉਹ ਗੁਰਮੁਖ ਨੇ ਜਿਨ੍ਹਾਂ ਨੇ 70 ਸਾਲ ਬਿਨ ਨਾਗਾ ਗੁਰੂ ਰਾਮਦਾਸ ਜੀ ਦੇ ਘਰ 3 ਪਹਿਰੇ ਦਾ ਕੀਰਤਨ ਕੀਤਾ ਜੀ। 3 ਪਹਿਰੇ ਦਾ। ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੁੰਦਾ, ਉਹਦੇ ਤੋਂ ਪਹਿਲਾਂ ਵੀ ਇੱਕ ਚੌਂਕੀ ਹੁੰਦੀ ਹੈ, ਉਹਨੂੰ 3 ਪਹਿਰੇ ਦਾ ਕਹਿੰਦੇ ਆ। ਬਿਲਕੁਲ ਅੰਮ੍ਰਿਤ ਵੇਲੇ ਅੱਧੀ ਰਾਤ ਨੂੰ 3 ਪਹਿਰੇ ਦਾ ਕੀਰਤਨ ਕੀਤਾ। ਬਾਬਾ ਸ਼ਾਮ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਦੇ ਘਰ ਜਾਣ ਵਾਸਤੇ ਆਪਣੀ ਜ਼ਿੰਦਗੀ ਵਿੱਚ ਇੱਕ ਵੀ ਨਾਗਾ ਨਹੀਂ ਪਾਇਆ 70 ਸਾਲਾਂ ਵਿੱਚ ਜੀ। ਬੜੀ ਵੱਡੀ ਗੱਲ 'ਚ ਇੱਥੇ ਹਫ਼ਤਾ ਬੰਦਾ ਲਗਾਤਾਰ ਆਉਣ ਲੱਗ ਪਏ, ਉਹ ਆਪਣਾ ਹੱਕ ਜਤਾਏਗਾ ਵੀ ਅਸੀਂ ਵੀ ਕੁਝ ਹੈਗੇ ਹਾਂ ਜੀ ਇੱਥੋਂ ਦੇ। 70 ਸਾਲ ਇੱਕ ਰਸ ਬਾਬਾ ਸ਼ਾਮ ਸਿੰਘ ਜੀ ਨੇ ਕੀਰਤਨ ਕੀਤਾ ਜੀ। ਪਹਿਲਾਂ 3 ਪਹਿਰੇ ਦਾ ਕੀਰਤਨ ਨਹੀਂ ਸੀ ਹੁੰਦਾ। ਅੱਜ ਵੀ 3 ਪਹਿਰੇ ਦੀ ਜਿਹੜੀ ਚੌਂਕੀ ਹੈ ਨਾ, ਉਹਨੂੰ ਬਾਬਾ ਸ਼ਾਮ ਸਿੰਘ ਦੀ ਚੌਂਕੀ ਕਹਿੰਦੇ ਜੀ। ਦਰਬਾਰ ਸਾਹਿਬ ਵਿੱਚ ਅਰਦਾਸੀਆ ਸਿੰਘ ਖਲੋ ਕੇ ਕਿਸੇ ਪ੍ਰੇਮੀ ਦਾ ਨਾਮ ਲੈ ਕੇ ਅਰਦਾਸ ਨਹੀਂ ਕਰਦਾ। ਭਾਵੇਂ ਇਸ ਦੇਸ਼ ਦਾ ਪ੍ਰਧਾਨ ਆ ਜੇ, ਪ੍ਰਧਾਨ ਮੰਤਰੀ ਆ ਜੇ, ਰਾਸ਼ਟਰਪਤੀ ਆ ਜੇ, ਰੋਜ਼ ਹੋਣ ਵਾਲੀ ਅਰਦਾਸ ਵਿੱਚ ਉਹਦਾ ਨਾਮ ਲੈ ਕੇ ਅਰਦਾਸ ਨਹੀਂ ਹੋਏਗੀ ਜੀ। ਪਰ ਬਾਬਾ ਸ਼ਾਮ ਸਿੰਘ ਜੀ ਦਾ ਰੋਜ਼ ਨਾਮ ਲੈ ਕੇ ਉੱਥੇ ਅਰਦਾਸ ਹੁੰਦੀ ਹੈ ਜੀ। ਅੰਮ੍ਰਿਤ ਵੇਲੇ ਜਦੋਂ ਕਵਾੜ ਖੁੱਲ੍ਹਦੇ ਆ ਨਾ, ਤੇ ਅੱਜ ਵੀ ਦੇਗ ਆਉਂਦੀ ਹੈ ਬਾਬਾ ਸ਼ਾਮ ਸਿੰਘ ਜੀ ਦੇ ਅਸਥਾਨ ਤੋਂ। ਉੱਥੇ ਦੇਗ ਨੂੰ ਭੋਗ ਲੱਗਦਾ ਹੈ। ਅਰਦਾਸੀਆ ਸਿੰਘ ਖਲੋ ਕੇ ਸੰਗਤ ਵਿੱਚ ਅਰਦਾਸ ਕਰਦਾ ਹੈ, ਗੁਰੂ ਰਾਮਦਾਸ ਜੀ ਬਾਬਾ ਸ਼ਾਮ ਸਿੰਘ ਜੀ ਦੇ ਅਸਥਾਨ ਤੋਂ ਕੜਾ ਪ੍ਰਸ਼ਾਦ ਦੀ ਦੇਗ ਆਈ ਹੈ ਜੀ। ਉਹਨਾਂ ਗੁਰੂ ਰਾਮਦਾਸ ਜੀ ਕੋਲੋਂ ਪੱਕੀ ਸੇਵਾ ਮੰਗੀ ਸੀ, ਗੁਰੂ ਰਾਮਦਾਸ ਕਿਰਪਾ ਕਰਿਓ 3 ਪਹਿਰੇ ਦੀ ਜਿਹੜੀ ਦੇਗ ਦੀ ਸੇਵਾ ਉਹ ਮੇਰੀ ਝੋਲੀ 'ਚ ਪਾਇਓ ਜੀ। ਅੱਜ ਉਹਨਾਂ ਦੇ ਸਰੀਰ ਛੱਡਿਆਂ ਨੂੰ ਵੀ ਬੜਾ ਚਿਰ ਹੋ ਗਿਆ ਜੀ। ਅੱਜ ਵੀ ਉਹਨਾਂ ਦੇ ਨਾਮ ਦੀ ਅਰਦਾਸ ਹੁੰਦੀ ਦਰਬਾਰ ਸਾਹਿਬ 'ਚ। ਇੱਕ ਬੰਦੇ ਇਹੋ ਜਿਹੇ ਆ ਜਿਹੜੇ ਇੱਥੇ ਹੈਗੇ ਆ ਪਰ ਨਾ ਹੋਇਆ ਵਰਗੇ ਆ। ਇੱਕ ਇਹੋ ਜਿਹੇ ਆ ਜਿਨ੍ਹਾਂ ਸਰੀਰ ਤਿਆਗਤਾ ਪਰ ਅਜੇ ਵੀ ਉਵੇਂ ਹੀ ਹਾਜ਼ਰ ਹਨ ਜੀ। ਉਹ ਅੱਜ ਵੀ ਆਪਣੀ ਡਿਊਟੀ ਤੇ ਹਾਜ਼ਰ ਨੇ ਜੀ। ਕੱਲ ਮੈਨੂੰ ਬਾਬਾ ਸ਼ਾਮ ਸਿੰਘ ਜੀ ਦੀ ਹੱਥ ਲਿਖਤ ਪੋਥੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੀ। ਉਹਨਾਂ ਨੇ ਆਪਣੇ ਹੱਥ ਨਾਲ ਇੱਕ ਪੋਥੀ ਲਿਖੀ ਜੀ, ਤੇ ਜਿਹੜੀ ਬਖਸ਼ਿਸ਼ ਗੁਰੂ ਰਾਮਦਾਸ ਜੀ ਨੇ ਭਾਈ ਹਿੰਦਾਲ ਜੀ ਤੇ ਕੀਤੀ, ਮੈਂ ਬੇਨਤੀ ਕਰਨ ਲੱਗਾ ਸਾਂ। ਮਤਾਂ ਇਹ ਸੋਚਿਓ ਇਹ 400 450 ਸਾਲ ਪਹਿਲਾਂ ਗੱਲਾਂ ਹੋ ਗਈਆਂ, ਅੱਜ ਨਹੀਂ ਹੁੰਦੀਆਂ ਜੀ। ਨਹੀਂ, ਅੱਜ ਵੀ ਉਵੇਂ ਬਖਸ਼ਿਸ਼ ਵਰਤਦੀ ਹੈ, ਅੱਜ ਵੀ ਉਵੇਂ ਹੀ ਮੇਰੇ ਗੁਰੂ ਦੇ ਦਰ ਤੇ ਕਿਰਪਾ ਵਰਤਦੀ ਹੈ।
ਬਾਬਾ ਸ਼ਾਮ ਸਿੰਘ ਜੀ ਦੱਸਦੇ ਆ, ਬਸੰਤ ਦੀ ਰੁੱਤ ਚੱਲ ਰਹੀ ਜੀ, ਉਰੋਂ ਦਰਬਾਰ ਸਾਹਿਬ ਪਰਿਕਰਮਾ ਵਿੱਚ ਪੱਥਰ ਨਹੀਂ ਸੀ ਲੱਗਾ ਹੁੰਦਾ ਜੀ, ਬਿਲਕੁਲ ਕੱਚੀ ਪਰਿਕਰਮਾ ਹੁੰਦੀ ਸੀ, ਮਿੱਟੀ ਵਾਲੀ ਜੀ, ਜਿਵੇਂ ਪਿਆ ਨਹੀਂ ਬਣਿਆ ਹੁੰਦਾ ਜੀ, ਉਵੇਂ ਹੀ ਪਰਿਕਰਮਾ ਸੀਗੀ। ਇੱਥੇ ਹੀ ਡੰਗਰ ਜਿਹੜੇ ਲੋਕਾਂ ਨੇ ਬੰਨੇ ਹੁੰਦੇ ਸਨ, ਉਹ ਗੋਹਾ ਮਲ ਤਿਆਗ ਸਭ ਇੱਥੇ ਹੀ ਕਰਦੇ ਸਨ, ਸਰੋਵਰ ਦੇ ਆਲੇ ਦੁਆਲੇ ਜੀ। ਉਦੋਂ ਇੱਕ ਪ੍ਰੇਮੀ ਆਇਆ ਜੀ, ਅੰਮ੍ਰਿਤਸਰ ਵਿੱਚ ਰਹਿਣ ਵਾਲਾ, ਤੇ ਸਾਧ ਸੰਗਤ ਜੀ, ਉਸ ਪ੍ਰੇਮੀ ਦਾ ਨਾਮ ਹੈ ਦੇਸ ਰਾਜ, ਹਿੰਦੂ ਪ੍ਰੇਮੀ ਹੈ, ਧਾਰਮਿਕ ਬੰਦਾ ਹੈ। ਆਇਆ ਤੋਂ ਅੱਗੇ ਵੀ ਬੜੀ ਵਾਰੀ ਗੁਰੂ ਰਾਮਦਾਸ ਜੀ ਦੇ ਘਰ ਮੱਥਾ ਟੇਕਣ, ਬਸੰਤ ਰੁੱਤ ਵਿੱਚ ਆਇਆ। ਬਸੰਤ ਰਾਗ ਵਿੱਚ 9ਵੇਂ ਪਾਤਸ਼ਾਹ ਜੀ ਦੀ ਬਾਣੀ ਗੁਰੂ ਕੇ ਕੀਰਤਨੀਏ ਪੜ੍ਹ ਰਹੇ ਸਨ। ਉਹਨੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ, ਮੱਥਾ ਟੇਕ ਕੇ ਬੈਠ ਗਿਆ। ਪਤਾ ਨਹੀਂ ਉਹਦੇ ਤੇ ਕੀ ਕਿਰਪਾ ਹੋਈ, ਰੱਬ ਜਾਣਦਾ। ਗੁਰੂ ਰਾਮਦਾਸ ਜੀ ਦੇ ਘਰੋਂ ਉਹਨੂੰ ਉਹ ਆਨੰਦ ਮਿਲਿਆ ਜਿਹੜਾ ਉਹਨੂੰ ਜ਼ਿੰਦਗੀ 'ਚ ਪਹਿਲਾਂ ਨਹੀਂ ਸੀ ਕਦੀ ਆਇਆ ਜੀ। ਜਦੋਂ ਉਹਨੂੰ ਆਨੰਦ ਆ ਗਿਆ, ਖੇੜਾ ਆਇਆ, ਉਹਨੇ ਮੰਨ ਲਿਆ ਗੁਰੂ ਰਾਮਦਾਸ ਜੀ ਤੋਂ ਵੱਡਾ ਇਸ਼ਟ ਇਸ ਦੁਨੀਆ ਤੇ ਦੂਜਾ ਕੋਈ ਨਹੀਂ ਹੈਗਾ ਜੀ। ਕੱਢ ਕੇ ਆਖੋ ਵਾਹਿਗੁਰੂ। ਮਹਾਰਾਜ ਤੋਂ ਵੱਡਾ ਇਸ਼ਟ ਕੋਈ ਨਹੀਂ। ਉਹਨੇ ਕੀ ਕੀਤਾ, ਸਾਧ ਸੰਗਤ, ਉਹਨੇ ਫੁਰਨਾ ਬਣਾ ਲਿਆ। ਗੁਰੂ ਰਾਮਦਾਸ ਜੀ ਦੇ ਸਰੋਵਰ ਦੇ ਆਲੇ ਦੁਆਲੇ ਜਿੰਨੀ ਪਰਿਕਰਮਾ ਹੈ ਨਾ, ਇਹਨੂੰ ਪੱਕੀ ਮੈਂ ਕਰਾਵਾਂਗਾ, ਮਹਾਰਾਜ ਮੈਨੂੰ ਸੇਵਾ ਦੇਣ। ਕਾਰੋਬਾਰ ਬੜਾ ਵੱਡਾ ਸੀ ਉਹਦਾ, ਉਸ ਜ਼ਮਾਨੇ 'ਚ ਲੱਖਾਂ ਦਾ ਕਾਰੋਬਾਰ ਸੀਗਾ ਉਹਦਾ। ਘਰ ਗਿਆ, ਆਪਣੀ ਘਰ ਵਾਲੀ ਨੂੰ ਕਹਿਣ ਲੱਗਾ, ਭਾਗਵਾਨੇ, ਤੈਨੂੰ ਜਿੰਨੀ ਮਾਇਆ ਚਾਹੀਦੀ ਹੈ ਤੂੰ ਉਹ ਮਾਇਆ ਰੱਖ ਲੈ, ਬਾਕੀ ਮਾਇਆ ਮੈਨੂੰ ਦੇ ਦੇ। ਉਹ ਕਹਿਣ ਲੱਗੀ, ਕੀ ਗੱਲ, ਕਿਸੇ ਤੀਰਥ ਤੇ ਜਾਣਾ, ਕੋਈ ਦਾਨ ਪੁੰਨ ਕਰਨ ਦਾ ਫੁਰਨਾ, ਕੋਈ ਵੇਦ ਪਾਠ ਸੁਣਨੇ ਆ, ਜਾਂ ਤੁਸੀਂ 68 ਤੀਰਥਾਂ ਦੇ ਦਰਸ਼ਨ ਕਰਨੇ ਆ? ਕੀ ਗੱਲ, ਇੰਨੀ ਮਾਇਆ ਸਾਰੀ ਇੱਕ ਬੰਨੇ ਅੱਜ ਮੰਗਣ ਲੱਗ ਪਏ। ਕਹਿਣ ਲੱਗਾ, 68 ਤੀਰਥ ਛੱਡ, ਇਸ ਦੁਨੀਆ ਵਿੱਚ ਜਿਹੜਾ ਸਭ ਤੋਂ ਉੱਚਾ ਥਾਂ ਹੈ ਨਾ, ਅੱਜ ਮੈਂ ਉੱਥੇ ਦਰਸ਼ਨ ਕਰ ਲਏ ਆ। ਗੁਰੂ ਰਾਮਦਾਸ ਜੀ ਦੇ ਦਰ ਤੋਂ ਵੱਡਾ ਦਰ ਕੋਈ ਨਹੀਂ, ਗੁਰੂ ਰਾਮਦਾਸ ਜੀ ਤੋਂ ਵੱਡਾ ਇਸ਼ਟ ਗੁਰੂ ਕੋਈ ਨਹੀਂ। ਮੇਰੀ ਜ਼ਿੰਦਗੀ ਦੀ ਜਿੰਨੀ ਪੂੰਜੀ ਹੈਗੀ, ਮੈਂ ਸਾਰੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਰੱਖ ਦੇਣੀ ਜਾ ਕੇ। ਤੂੰ ਮਾਇਆ ਤੈਨੂੰ ਜਿੰਨੀ ਚਾਹੀਦੀ ਰੱਖ ਲੈ। ਬਾਬਾ ਸ਼ਾਮ ਸਿੰਘ ਜੀ ਲਿਖਦੇ, ਕਹਿੰਦੇ ਉਹਦੀ ਘਰ ਵਾਲੀ ਨੇ ਆਖਿਆ, ਪਤੀ ਦੇਵ, ਮੈਂ ਤੁਹਾਡੇ ਨਾਲ ਵਿਆਹੀ ਹੋਈ ਹਾਂ, ਤੁਸੀਂ ਫੁਰਨਾ ਬਣਾ ਲਿਆ ਸਭ ਕੁਝ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਰੱਖਣਾ, ਤੇ ਮੈਂ ਉਹਦੇ ਵਿੱਚੋਂ ਰੱਖ ਕੇ ਮੈਂ ਕਿਉਂ ਪਾਪਾਂ ਦੀ ਭਾਗਣ ਬਣਾ, ਮੈਂ ਵੀ ਕੁਝ ਨਹੀਂ ਰੱਖਣਾ, ਸਾਰਾ ਕੁਝ ਹੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਰੱਖ ਦਿੰਦੇ ਆ। ਉਹਨੇ ਪੈਸੇ ਇਕੱਠੇ ਕੀਤੇ। ਉਸ ਜ਼ਮਾਨੇ ਵਿੱਚ 1 ਲੱਖ ਨਹੀਂ, ਲੱਖਾਂ ਦਾ ਢੇਰ ਲਾਇਆ ਜੀ ਉਹਨੇ, ਲੱਖਾਂ ਰੁਪਈਆਂ ਦਾ ਜੀ। ਜਿੰਨੇ ਉਹਦੇ ਗਹਿਣੇ ਸਨ, ਚੰਗਾ ਕਾਰੋਬਾਰ ਸੀਗਾ, ਜਿੰਨੇ ਗਹਿਣੇ ਸਨ ਗਹਿਣੇ ਵੀ ਕੱਢ ਲਏ, ਰੱਖਤੇ। ਜਿੰਨਾ ਫਿਰ ਸਾਧ ਸੰਗਤ ਜੀ ਉਹਦੇ ਲਾਗੇ ਲਾਗੇ ਹੋਰ ਘਰ ਸਨ, ਸਾਰੇ ਵੇਚੇ, ਜਿੰਨੀ ਮਾਇਆ ਸੀ ਸਾਰੀ ਇਕੱਠੀ ਕਰ ਲਈ। ਉਸ ਪਿਆਰੇ ਹਿੰਦੂ ਵੀਰ ਨੇ ਪਤਾ ਕੀ ਕੀਤਾ ਜੀ, ਉਹਨੇ ਉਹ ਮਾਇਆ ਇਕੱਠੀ ਕਰਕੇ ਬੜੀ ਵਧੀਆ ਮਿੱਟੀ ਸਾਫ ਸੁਥਰੀ ਥਾਂ ਦੀ ਇਕੱਠੀ ਕਰਾਈ, ਤੇ ਉਹਨੇ ਇੱਟਾਂ ਦੇ ਆਵੇ ਲਵਾਏ ਜੀ। ਇੱਟਾਂ ਉਰੋਂ ਕਿਹੜੀਆਂ ਆਮ ਸਨ ਵੀ ਆਰਡਰ ਦਿੱਤਾ, ਇੱਟਾਂ ਆ ਗਈਆਂ ਜੀ। ਆਵੇ ਲਵਾਏ, ਬੜੀ ਮਿਹਨਤ ਕੀਤੀ, ਤੇ ਕਈ ਮਹੀਨੇ ਇਹ ਕੰਮ ਚੱਲਿਆ। ਗੁਰੂ ਰਾਮਦਾਸ ਜੀ ਦੀਆਂ ਪਰਿਕਰਮਾ ਚੌੜੀਆਂ ਵੀ ਕੀਤੀਆਂ, ਤੇ ਗੁਰੂ ਰਾਮਦਾਸ ਜੀ ਦੀਆਂ ਪਰਿਕਰਮਾ 'ਚ ਉਹਨੇ ਇੱਟਾਂ ਲਵਾਈਆਂ ਜੀ। ਉਸ ਹਿੰਦੂ ਵੀਰ ਨੇ ਚੂਨਾ ਤਿਆਰ ਹੁੰਦਾ ਜੀ, ਗਾਰਾ ਚੂਨਾ ਤਿਆਰ ਹੁੰਦਾ, ਉਹਦੇ ਨਾਲ ਇੱਟਾਂ ਲੱਗਦੀਆਂ, ਸੀਮੈਂਟ ਨਹੀਂ ਸੀ ਹੁੰਦਾ ਜੀ। ਫਿਰ ਉਹਨੇ ਕੀ ਕੀਤਾ, ਉਹਨੇ ਸਾਰਾ ਕਾਰਜ ਕਰਦਿਆਂ ਇੱਕ ਗੱਲ ਰੱਖੀ ਸੀ, ਮਿਸਤਰੀਆਂ ਨੂੰ ਆਖਿਆ ਸੀ, ਵੇਖਿਓ ਸੇਵਾ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਕਰਾ ਰਿਹਾ, ਮੇਰੀ ਮਾਇਆ ਨਹੀਂ ਹੈ, ਮਾਇਆ ਗੁਰੂ ਰਾਮਦਾਸ ਜੀ ਦੀ ਹੈ। ਮੈਂ ਤੇ ਇੱਕ ਸਾਧਨਿਆਂ ਵਿੱਚ
ਪਰ ਤੁਸੀਂ ਲੰਗਰ ਚੋਂ ਪ੍ਰਸ਼ਾਦਾ ਨਹੀਂ ਛਕਣਾ, ਪ੍ਰਸ਼ਾਦਾ ਸਾਰਾ ਘਰੋਂ ਪੱਕ ਕੇ ਆਇਆ ਕਰੇਗਾ। ਉਹਦੀ ਘਰ ਵਾਲੀ ਪ੍ਰਸ਼ਾਦਾ ਪਕਾ ਕੇ ਦਿੰਦੀ ਹੈ। ਸੇਵਾ ਸੰਪੂਰਨ ਹੋਣ ਦੇ ਲਾਗੇ ਲਾਗੇ ਆ ਗਈ। ਜਿਉਂ-ਜਿਉਂ ਪਿਆਰਿਓ ਇੱਟਾਂ ਲਵਾਈਆਂ ਉਹਨੇ ਗੁਰੂ ਰਾਮਦਾਸ ਜੀ ਦੀਆਂ ਪਰਿਕਰਮਾ 'ਚ, ਤਿਉਂ-ਤਿਉਂ ਉਹਦੇ 'ਤੇ ਕਿਰਪਾ ਵੱਧ ਹੋਣੀ ਸ਼ੁਰੂ ਹੋ ਗਈ ਜੀ। ਕੋਈ ਛੋਟੀ ਗੱਲ ਨਹੀਂ। ਗੁਰੂ ਰਾਮਦਾਸ ਜੀ ਦੇ ਘਰ ਵਿੱਚ ਇੱਕ ਵਿਅਕਤੀ ਸਾਰੀ ਪਰਿਕਰਮਾ 'ਚ ਇੱਟਾਂ ਲਵਾ ਰਿਹਾ ਹੈ। ਮੇਰੀ ਮਨ ਦੀ ਭਾਵਨਾ ਹੈ ਉੱਥੇ ਤੇ ਕਿਸੇ ਬੰਦੇ ਵੱਲੋਂ ਇੱਕ ਹੀ ਇੱਟ ਲੱਗ ਜੇ ਉਹਦਾ ਵੀ ਜਨਮ ਮਰਨ ਕੱਟਿਆ ਜਾ ਸਕਦਾ ਹੈ ਜੀ, ਕਿਉਂਕਿ ਉਸ ਦਰ ਵਰਗਾ ਦੂਜਾ ਦਰ ਨਹੀਂ ਕੋਈ ਹੈ ਜੀ। ਉਹਨੇ ਇੱਟਾਂ ਲਵਾਈਆਂ, ਸਮਾਂ ਆਇਆ ਉਹਦੀ ਰਸੋਈ ਝੋਣ ਲੱਗ ਪਈ। ਉਧਰੋਂ ਇੱਟਾਂ ਲੱਗ ਰਹੀਆਂ ਸਨ। ਉਹਦੀ ਘਰ ਵਾਲੀ ਕਹਿਣ ਲੱਗੀ ਵੀ ਇਹ ਰਸੋਈ ਚੋ ਰਹੀ ਹੈ ਤੇ ਮੈਨੂੰ ਥੋੜਾ ਚੂਨਾ ਦੇ ਦਿਓ, ਮੈਂ ਲਵਾ ਲਾਂ, ਇੱਕ ਮਿਸਤਰੀ ਨੂੰ ਘਰ ਭੇਜੋ। ਉਹ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ, ਨਾ ਭਗਵਾਨੇ, ਜਿੰਨੀ ਮਾਇਆ ਮੇਰੇ ਕੋਲ ਸੀ ਸਾਰੀ ਗੁਰੂ ਰਾਮਦਾਸ ਜੀ ਦੀ ਅਮਾਨਤ ਹੈ, ਰਸੋਈ 'ਚ ਨਹੀਂ ਲਵਾਉਣੀ। ਕਹਿਣ ਲੱਗੀ ਜੀ ਫਿਰ ਅੰਨ ਪਾਣੀ ਕਿਵੇਂ ਕਰਨਾ? ਕਹਿਣ ਲੱਗਾ ਜੇ ਤੈਨੂੰ ਮਾਇਆ ਦੀ ਲੋੜ ਹੈ, ਜਿੱਥੇ ਮਿਸਤਰੀ ਲੱਗੇ ਆ ਨਾ, ਤੂੰ ਮਜ਼ਦੂਰੀ ਕਰ ਲੈ, ਤੈਨੂੰ ਮੈਂ ਮਾਇਆ ਦਿਆਂਗਾ, ਮਜ਼ਦੂਰੀ ਕਰ ਲੈ, ਉਹਦੀ ਮਾਇਆ ਲੈ ਲੈ, ਉਹਦੇ ਤੋਂ ਚੂਨਾ ਖਰੀਦ ਕੇ ਤੇ ਛੱਤ ਤੇ ਲਾ ਲੈ। ਪਰ ਚੇਤਾ ਰੱਖ, ਜਦੋਂ ਗੁਰੂ ਦਾ ਘਰ ਬਣ ਰਿਹਾ ਹੋਵੇ ਆਪਣੇ ਘਰ ਦੀ ਆਸ ਨਹੀਂ ਕਰਨੀ ਚਾਹੀਦੀ। ਸਾਡਾ ਘਰ ਗੁਰੂ ਦਾ ਹੀ ਹੈ, ਬੱਚਾ ਨਹੀਂ ਸੀ ਕੋਈ ਹੈਗਾ ਉਹਨਾਂ ਦਾ ਜੀ। ਸਭ ਕੁਝ ਹੀ ਉਹਨੇ ਉੱਥੇ ਲਵਾਤਾ ਪਰਿਕਰਮਾ 'ਚ ਜੀ, ਸਭ ਕੁਝ ਹੀ ਜੀ। ਪਿੱਛੇ ਜੇ ਸੇਵਾ ਚੱਲ ਰਹੀ ਸੀ ਤਾਂ ਉਹਨਾਂ ਪੱਥਰ ਕੱਟਿਆ ਸੀ ਪਰਿਕਰਮਾ 'ਚੋਂ, ਤੇ ਮੈਂ ਖੁਦ ਦਰਸ਼ਨ ਕੀਤੇ। ਪਰਿਕਰਮਾ 'ਚ ਇੱਟਾਂ ਲੱਗੀਆਂ ਹੋਈਆਂ ਸਨ ਜੀ, ਮੈਂ ਦਰਸ਼ਨ ਕੀਤੇ ਸਨ ਜੀ। ਇੱਟਾਂ ਲੱਗੀਆਂ ਸਨ, ਪੱਥਰ ਦੇ ਹੇਠਾਂ ਨਾ ਜੀ ਇੱਟਾਂ ਵੀ ਲੱਗੀਆਂ ਨੇ ਜੀ। ਤੇ ਉਹਨੇ ਸਭ ਕੁਝ ਹੀ ਭੇਟਾ ਕਰਤਾ ਮਹਾਰਾਜ ਦੇ ਚਰਨਾਂ 'ਚ। ਗਰੀਬੀ ਦਾਵੇ 'ਚ ਆ ਗਿਆ। ਭਾਈ ਸ਼ਾਮ ਸਿੰਘ ਜੀ ਮਹਾਂਪੁਰਖ ਲਿਖਦੇ, ਕਹਿੰਦੇ ਉਹਦੀ ਇੰਨੀ ਵੱਡੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਰਾਮਦਾਸ ਜੀ ਨੇ ਉਹਨੂੰ ਆਪਣੇ ਦਰਸ਼ਨ ਵੀ ਬਖਸ਼ਿਸ਼ ਕੀਤੇ ਜੀ। ਹਿੰਦੂ ਬੰਦਾ ਜੀ, ਜਦੋਂ ਉਹਨੇ ਸਰੀਰ ਤਿਆਗਿਆ ਮਹਾਰਾਜ ਨੇ ਉਹਨੂੰ ਦਰਸ਼ਨ ਬਖਸ਼ਿਸ਼ ਕੀਤੇ ਜੀ, ਨਿਰੇ ਦਰਸ਼ਨ ਨਹੀਂ ਬਖਸ਼ਿਸ਼ ਕੀਤੇ। ਕਹਿਣ ਲੱਗੇ ਜਦੋਂ ਉਹਨੇ ਸਰੀਰ ਤਿਆਗ ਦਿੱਤਾ, ਗੁਰੂ ਰਾਮਦਾਸ ਜੀ ਨੇ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦਿੱਤਾ ਜੀ। ਔਰ ਬਾਬਾ ਸ਼ਾਮ ਸਿੰਘ ਜੀ ਲਿਖਦੇ, ਕਹਿੰਦੇ ਦੇਵੀ ਦੇਵਤੇ ਵੀ ਉਹਨੂੰ ਵੇਖ ਕੇ ਤਰਸਣ ਵੀ ਕਾਸ਼ ਅਸੀਂ ਵੀ ਮਨੁੱਖਾ ਸਰੀਰ ਸਾਡੇ ਕੋਲ ਹੁੰਦਾ, ਅਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਸੇਵਾ ਕਰਦੇ, ਮਰਨ ਤੋਂ ਬਾਅਦ ਸਾਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਗ੍ਹਾ ਮਿਲ ਜਾਣੀ ਸੀਗੀ ਜੀ। ਕੁਝ ਦਿਨਾਂ ਬਾਅਦ ਉਹਦੀ ਪਤਨੀ ਨੇ ਸਰੀਰ ਤਿਆਗਿਆ। ਉਹਦੀ ਵੀ ਕੁਰਬਾਨੀ ਓਨੀ ਸੀਗੀ, ਜਿੰਨੀ ਮਾਇਆ ਪਤੀ ਦੀ ਓਨੀ ਪਤਨੀ ਦੀ ਵੀ ਹੁੰਦੀ ਹੈ। ਉਹਨੂੰ ਵੀ ਗੁਰੂ ਰਾਮਦਾਸ ਜੀ ਨੇ ਆਪਣੇ ਚਰਨਾਂ 'ਚ ਥਾਂ ਦਿੱਤੀ। ਮੇਰੇ ਚਰਨਾਂ 'ਚ ਥਾਂ ਨਹੀਂ ਦਿੱਤੀ, ਸਾਧ ਸੰਗਤ ਜੀ, ਮਹਾਰਾਜ ਨੇ ਜਿਉਂਦਿਆਂ ਜੀ ਉਹਨਾਂ ਨੂੰ ਆਤਮ ਗਿਆਨ ਵੀ ਬਖਸ਼ਿਸ਼ ਕੀਤਾ ਸੀਗਾ ਜੀ। ਮਹਾਰਾਜ ਦੀ ਬੜੀ ਕਿਰਪਾ ਵਰਤਦੀ। ਭਾਈ ਹਿੰਦਾਲ ਜੀ ਨੂੰ ਮਹਾਰਾਜ ਨੇ ਨਿਹਾਲ ਕਰ ਦਿੱਤਾ ਜੀ, ਦ੍ਰਿਸ਼ਟੀ ਪਾ ਕੇ ਨਿਹਾਲ ਕੀਤਾ। ਭਾਈ ਹਿੰਦਾਲ ਬਸ ਝੋਕੀ ਗਿਆ ਮਹਾਰਾਜ ਦੇ ਚਰਨਾਂ 'ਚ। ਮਹਾਰਾਜ ਨੇ ਇੰਨੀ ਕਿਰਪਾ ਕੀਤੀ, ਇੰਨੀ ਕਿਰਪਾ ਕੀਤੀ। ਆਖਿਆ ਭਾਈ ਹਿੰਦਾਲ, ਜੋ ਕਹੇਗਾ ਉਹ ਸੱਚ ਹੋ ਜਾਇਆ ਕਰੇਗਾ। ਕਵੀ ਸੰਤੋਖ ਸਿੰਘ ਕਹਿੰਦੇ ਆਮ ਬੰਦੇ ਤੋਂ ਰੱਬ ਹੀ ਬਣਾ ਦਿੱਤਾ ਜੀ ਉਹਨੂੰ ਜੀ। ਇਹ ਮਹਾਰਾਜ ਦੀ ਕਿਰਪਾ ਅੱਜ ਵੀ ਵਰਤਦੀ ਹੈ। ਮੈਨੂੰ ਭਾਈ ਧਨਵੰਤ ਸਿੰਘ ਜੀ ਜਿਹੜੇ ਲਾਗੇ ਬੈਠੇ ਪੋਥੀ ਸਾਹਿਬ ਪੜ੍ਹ ਰਹੇ ਨਾ ਜੀ, ਇਹਨਾਂ ਕੱਲ੍ਹ ਗੱਲ ਸੁਣਾਈ ਜੀ। 3-4 ਦਿਨ ਇਹਨਾਂ ਨੂੰ ਜ਼ੋਰਾਂ ਦਾ ਬੁਖਾਰ ਰਿਹਾ ਜੀ। ਪੋਥੀ ਸਾਹਿਬ ਪੜ੍ਹਾਉਣ ਨਹੀਂ ਸੀ ਆਉਂਦੇ ਜੀ, ਜ਼ੋਰਾਂ ਦਾ ਬੁਖਾਰ ਰਿਹਾ। ਕਹਿਣ ਲੱਗੇ ਮੇਰੇ ਕੋਲ ਉੱਠ ਕੇ ਹਿੱਲਿਆ ਨਾ ਜਾਵੇ। ਦਵਾਈ ਲਈ, ਖਾਧੀ, ਅਸਰ ਨਾ ਪਿਆ ਜੀ। ਡਾਕਟਰ ਕਹਿਣ ਲੱਗਾ ਟਾਈਫਾਈਡ ਹੈ ਤੇ ਇੱਕ ਟੈਸਟ ਹੋਰ ਹੋਏਗਾ, ਫਿਰ ਮੈਂ ਤੁਹਾਨੂੰ ਦਵਾਈ ਦਿਆਂਗਾ, ਅਰੇ ਆਮ ਜੀ ਖਾਓ। ਕਹਿੰਦੇ ਮੈਂ ਉਹ ਦਵਾਈ ਖਾਧੀ, ਮੈਨੂੰ ਅਸਰ ਨਹੀਂ ਪਿਆ। ਠੰਡ ਮੈਨੂੰ ਬੜੀ ਲੱਗੇ, ਬੁਖਾਰ ਹੈ, ਕਮਜ਼ੋਰੀ ਹੋ ਗਈ ਜੀ। ਕਹਿਣ ਲੱਗੇ ਗੁਰਪੁਰਬ ਵਾਲਾ ਦਿਨ, ਮੈਂ ਸੋਚਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਾਵਾਂ, ਨਮਸਕਾਰ ਕਰਾਂ, ਇਸ਼ਨਾਨ ਪਾਣ ਕਰਾਂ। ਇਹ ਮਹਾਰਾਜ ਦੀ ਹਾਜ਼ਰੀ 'ਚ ਬੈਠੇ ਤੇ ਜਿਨ੍ਹਾਂ ਨੂੰ ਮੇਰੇ 'ਤੇ ਨਹੀਂ ਭਰੋਸਾ ਇਹਨਾਂ ਕੋਲ ਪੁੱਛ ਲਿਓ। ਇਹਨਾਂ ਦੱਸਿਆ, ਕਹਿਣ ਲੱਗੇ ਗੁਰਪੁਰਬ ਵਾਲੇ ਦਿਨ
ਮੈਂ ਤੁਰਿਆ, ਕਹਿੰਦੇ ਮੈਨੂੰ ਪਤਾ ਮੈਂ ਮੋਟਰਸਾਈਕਲ ਚਲਾ ਕੇ ਕਿਵੇਂ ਗਿਆ ਉੱਥੇ। ਰਸਤੇ 'ਚ ਕਹਿੰਦੇ ਬੜੀ ਠੰਡ ਲੱਗੇ ਮੈਨੂੰ। ਜਾਂਦਿਆਂ ਨੂੰ ਗੁਰਪੁਰਬ ਸੀਗਾ, ਸੰਗਤ ਬੜੀ ਸੀਗੀ, ਇਕੱਠ ਬੜਾ ਸੀ। ਪੌਣਾ ਘੰਟਾ ਸਟੈਂਡ ਤੇ ਲੱਗ ਗਿਆ। ਕਹਿਣ ਲੱਗੇ ਹੋਰ ਕਮਜ਼ੋਰੀ ਆ ਗਈ ਜੀ। ਕਹਿੰਦੇ ਮੈਂ ਮਸਾਂ ਤੁਰ ਤਰਾ ਕੇ ਪਰਿਕਰਮਾ ਦੇ ਵਿੱਚ ਉਤਰਿਆ, ਪੌੜੀਆਂ 'ਚ ਉਤਰਿਆ, ਕੱਪੜੇ ਲਾਏ, ਸਰੋਵਰ 'ਚ ਚੁੱਭੀ ਮਾਰੀ, ਮਹਾਰਾਜ ਦੇ ਚਰਨਾਂ 'ਚ ਕੀਤੀ ਅਰਦਾਸ। ਜਦੋਂ ਮੈਂ ਸਰੋਵਰ ਵਿੱਚ ਚੁੱਭੀ ਮਾਰੀ ਤੇ ਬਾਹਰ ਨਿਕਲਿਆ, ਕੱਪੜੇ ਪਾਉਣ ਤੱਕ ਮੈਂ ਬਿਲਕੁਲ ਹੀ ਠੀਕ ਹੋ ਗਿਆ ਸਾ। ਕਹਿਣ ਲੱਗੇ ਬਿਲਕੁਲ ਹੀ ਠੀਕ ਹੋ ਗਿਆ। ਕਹਿਣ ਲੱਗੇ ਮੈਂ ਬਿਲਕੁਲ ਹੀ ਠੀਕ ਹੋ ਗਿਆ। ਮੈਨੂੰ ਕਹਿਣ ਲੱਗੇ ਪਤਾ ਹੀ ਨਹੀਂ ਲੱਗਾ ਵੀ ਮੈਂ ਬਿਮਾਰ ਵੀ ਹੈਗਾ ਕਿ ਨਹੀਂ ਹੈਗਾ ਜੀ। ਹਾਂਜੀ, ਕੱਲ ਮੈਨੂੰ ਜਦੋਂ ਘਟਨਾ ਸੁਣਾਉਣ ਤੇ ਵਿਰਾਗ ਕਰਨ ਦੀਏ। ਹਾਂਜੀ, ਮਹਾਰਾਜ ਦੀ ਕਿਰਪਾ ਵਰਤਦੀ ਹੈ। ਤੁਸੀਂ ਭਾਵਨਾ ਰੱਖੋ, ਗੁਰੂ ਜੀ ਅੱਜ ਵੀ ਮਿਹਰ ਕਰਦੇ, ਗੁਰੂ ਜੀ ਅੱਜ ਵੀ ਕਿਰਪਾ ਕਰ ਦਿੰਦੇ, ਅੱਜ ਵੀ ਬਖਸ਼ਿਸ਼ ਕਰਦੇ ਹੈ। ਸੋ ਮਹਾਰਾਜ ਨੇ ਭਾਈ ਹਿੰਦਾਲ ਜੀ ਨੂੰ ਨਦਰੋਂ ਨਦਰੀ ਨਿਹਾਲ ਕੀਤਾ। ਸਾਡੇ ਕੁਝ ਬੰਦੇ, ਕਿਉਂਕਿ ਭਾਈ ਹਿੰਦਾਲ ਦੀ ਕੁੱਲ ਨੇ ਭਾਈ ਹਿੰਦਾਲ ਨੂੰ ਹੀ ਗੁਰੂ ਬਣਾ ਦਿੱਤਾ ਸੀਗਾ ਜੀ। ਥੋੜ੍ਹੀ ਜਿਹੀ ਭੁੱਲ ਹੋ ਗਈ ਸੀ ਉਹਨਾਂ ਦੀ ਕੁੱਲ ਕੋਲੋਂ। ਇਹਦੇ ਕਰਕੇ ਭਾਈ ਹਿੰਦਾਲ ਜੀ ਨੂੰ ਵੀ ਨਕਾਰ ਦਿੱਤਾ ਵੀ ਇਹ ਵੀ ਨਹੀਂ ਚੰਗਾ। ਪਰ ਚੇਤਾ ਰੱਖੋ, ਭਾਈ ਹਿੰਦਾਲ ਜੀ ਤੇ ਗੁਰੂ ਰਾਮਦਾਸ ਜੀ ਨੇ ਮਿਹਰਾਂ ਕੀਤੀਆਂ ਸਨ ਜੀ, ਬਖਸ਼ਿਸ਼ਾਂ ਕੀਤੀਆਂ ਸਨ। ਮਹਾਰਾਜ ਕਿਰਪਾ ਕਰਨ। ਅੱਗੋਂ ਕਥਾ ਕੱਲ੍ਹ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਿਓ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ